ਇੱਕ ਤੁਹਾਡੀ ਹੋਰ ਬੜੀ ਕਲਿੱਪ ਵਾਇਰਲ ਹੁੰਦੀ ਪਈ, ਤੁਸੀਂ ਮੋਦੀ ਸਾਹਿਬ ਨੂੰ ਕਹਿ ਰਹੇ ਹੋ ਮੋਦੀ ਤੇਰੀ ਐਸੀ ਕਿ ਤੈਸੀ। ਉਸ ਸਮੇਂ ਉਹ ਫਿਰ ਉਹ ਨਿਕਲੇ ਸੀ ਮੋਦੀ ਤੇਰੀ ਐਸੀ ਦੀ ਤੈਸੀ, ਉਹ ਅੰਦਰੋਂ ਨਿਕਲੀ ਸੀ ਆਵਾਜ਼। ਵਿਦਰੋਹ ਨੂੰ ਕਿਹੜਾ ਲੀਡਰ ਸਾਰਿਆਂ ਨਾਲੋਂ ਵਧੀਆ ਲੱਗਦਾ ਹੈ ਕਾਂਗਰਸ ਪਾਰਟੀ ਨੂੰ ਛੱਡ ਕੇ, ਬਾਕੀ ਹੋਰ ਸਿਆਸੀ ਪਾਰਟੀਆਂ 'ਚ ਸਾਰਿਆਂ ਨਾਲੋਂ ਵਧੀਆ ਲੀਡਰ? ਦੇਖੋ ਕਈ ਲੀਡਰਾਂ ਨੂੰ ਮੈਂ ਪੜ੍ਹਿਆ, ਤੁਸੀਂ ਫੋਰਨ ਤੋਂ ਸ਼ੁਰੂ ਕਰ ਲਓ। ਨਹੀਂ, ਪੰਜਾਬ ਦੀ ਗੱਲ ਕਰ ਰਿਹਾ। ਪੰਜਾਬ 'ਚ ਕਦੀ ਸੋਚਿਆ ਨਹੀਂ ਭਾਜੀ ਲੀਡਰ ਵਧੀਆ ਕੌਣ ਲੱਗਦਾ। ਅੱਛਾ, ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਹੁੰਦੀ ਹੈ? ਹਾਂਜੀ ਹੋ ਜਾਂਦੀ। ਕਿੱਦਾਂ ਦੇਖਦੇ ਮਿਲ ਜਾਂਦੀ ਹੋ ਸਟੇਜ ਤੇ ਜਾਂ ਵੈਸੇ ਮਿਲਦੇ ਹੋ ਪਰਸਨਲੀ, ਕਿੱਦਾਂ ਦੇਖਦੇ ਹੋ ਦੋਨੋਂ? ਮੈਂ ਜਦੋਂ ਵੀ ਉਹਨਾਂ ਨਾਲ ਮਿਲਦਾ ਵਾਂ ਮੈਨੂੰ ਇਹ ਲੱਗਦਾ ਵਾ ਵੀ ਕਈ ਥਾਵਾਂ ਦੇ ਉੱਤੇ ਇਹੋ ਜੀ ਗੱਲ ਕਰ ਜਾਂਦੇ ਆ ਜਿਹਦੇ ਨਾਲ ਬਦੋ ਬਦੀ ਆਪਣੇ ਦੁਸ਼ਮਣ ਬਣਾ ਲੈਂਦੇ ਆ। ਅੱਛਾ, ਲੱਗਦਾ ਵੀ ਜਦੋਂ ਬੋਲ ਦਿੰਦੇ ਨੇ ਬਾਅਦ ਚ ਸੋਚਦੇ ਨੇ, ਕਿਉਂਕਿ ਕਹਿੰਦੇ ਪਹਿਲਾਂ ਸੋਚਣਾ ਚਾਹੀਦਾ ਫਿਰ ਬੋਲਣਾ ਚਾਹੀਦਾ। ਤਾਂ ਹੀ ਕਹਿੰਦਾ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਨਹੀਂ ਨਾ, ਪੋਲੀਟੀਸ਼ੀਅਨ ਦਾ ਨਾਪ ਤੋਲ ਕੇ ਬੋਲਦਾ। ਉਹ ਨਾਪ ਤੋਲ ਕੇ ਨਹੀਂ ਬੋਲਦਾ, ਉਹ ਕੱਲੀ ਗੱਲ ਦੇ ਅਰਥ ਜਿਹੜਾ ਵਾ ਬੰਦਾ ਸੋਚ ਕੇ ਬੋਲਦਾ ਵੀ ਮੈਂ ਆ ਬੋਲਣਾ। ਉਹ ਤਾਂ ਵੇਖਦੇ ਥੱਲੇ ਕਰਾਊਡ ਤੋਂ ਜਦੋਂ ਰਿਐਕਸ਼ਨ ਆਉਂਦਾ ਉਸ ਹਿਸਾਬ ਨਾਲ ਚੱਲ ਪੈਂਦੇ। ਕਹਿੰਦੇ ਮੈਂ ਨਾ ਸਿਰਫ 15 ਮਿੰਟ ਬੋਲਣਾ, ਕਹਿੰਦੇ ਮੈਂ 15 ਮਿੰਟ ਤੋਂ ਬਾਅਦ ਮੈਂ ਆਜ਼ਾਦੀ ਤੇ ਗੱਲ ਕਰਨੀ, ਕਾਂਗਰਸ ਪਾਰਟੀ ਦੀ ਗੱਲ ਕਰਨੀ ਆ, ਪਰ ਆਪਾਂ ਨਾ ਅੱਜ ਉਹ ਨਹੀਂ ਬੋਲਣਾ। ਉਹ ਥੱਲੋਂ ਜਦੋਂ ਪਹੁੰਚੇ ਸਟੇਜ ਤੇ ਨੌਜਵਾਨਾਂ ਨੇ ਜੋਸ਼ ਚੱਕਤਾ, ਨੌਜਵਾਨਾਂ ਨੇ ਮਤਲਬ ਉਹ ਥੱਲੋਂ ਰੌਲਾ ਪਾਤਾ, ਬਾਦਲਾਂ ਦੇ ਉਲਟ ਬੋਲਾ। ਬਸ ਫਿਰ ਉਹ ਮੇਰੇ ਹਿਸਾਬ ਨਾਲ 53 ਮਿੰਟ ਬੋਲੇ। ਵਿਰੋਧੀਆਂ ਤੋਂ ਵੀ ਬੰਦੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਵਿਰੋਧੀਆਂ ਅੱਛਾ, ਕਿਹੜੇ ਵਿਰੋਧੀ ਕੋਲ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ? ਕਿਸੇ ਦਾ ਨਾਮ ਲਓ ਇੱਕ, ਕਿਸੇ ਵੀ ਸਿਆਸੀ ਪਾਰਟੀ ਦੇ ਕੋਈ ਵਿਰੋਧੀ ਹੈ ਹੀ ਬਹੁਤ, ਨਹੀਂ ਕਿਸੇ ਨਾਮ ਲਾ ਕੇ ਬੋਲਦੇ ਸਿੱਖਣ ਨੂੰ ਮਿਲਿਆ? ਕਿਹਦਾ ਮੈਂ ਕਈ ਮੈਨੂੰ ਜਿਹੜੇ ਠੋਕਦੇ ਆ ਉਹਨਾਂ ਦਾ ਮੈਨੂੰ ਠੋਕਣ ਦਾ ਤਰੀਕਾ ਵਧੀਆ ਲੱਗਦਾ ਵੀ ਬੰਦੇ ਨੂੰ ਘੇਰਾ ਕਿਵੇਂ ਪਾਉਂਦੇ ਆ। ਤੁਹਾਡੇ ਵਿਰੋਧੀ ਇਹ ਪਾਰਟੀ ਹੈਗੀ ਨਾਮ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਬੀਜੇਪੀ, ਬੀਐਸਪੀ, ਕਦੀ ਇਹ ਚਰਚਾ ਹੁੰਦੀ ਹੈ ਵੀ ਅੱਜ ਆਪਾਂ ਕੋਈ ਵੀ ਇੱਕ ਦੂਜੇ ਦਾ ਵਿਰੋਧ ਨਹੀਂ ਕਰਨਾ, ਪੰਜਾਬ ਦੀ ਗੱਲ ਕਰਨੀ ਹੈ, ਪੰਜਾਬ ਦੇ ਮਸਲੇ ਤੇ ਕੋਈ ਬੋਲਦੇ ਹੋ ਇਕੱਠਾ ਹੋ ਕੇ ਸਾਰੀ ਸਿਆਸੀ ਪਾਰਟੀਆਂ ਦੇ ਇੱਕ ਟੇਬਲ 'ਚ ਬੈਠਦੇ ਹੋ? ਭਾਜੀ ਇਹ ਗੱਲਾਂ ਨਾ ਪ੍ਰੈਕਟੀਕਲੀ ਪੋਸੀਬਲ ਨਹੀਂ ਆ। ਕਿਵੇਂ ਨਹੀਂ? ਪੰਜਾਬ ਦੀ ਗੱਲ ਹੋਣੀ ਚਾਹੀਦੀ, ਤੁਸੀਂ ਵੀ ਕਹਿੰਦੇ ਪੰਜਾਬ ਵਧੀਆ ਬਣੇ, ਬਾਕੀ ਰਵਾਇਤੀ ਪਾਰਟੀ ਵੀ ਕਹਿੰਦੀ ਪੰਜਾਬ ਵਧੀਆ ਬਣੇ। ਲੋਕਾਂ ਨੂੰ ਇਹ ਲੱਗਦਾ ਵੀ ਇੱਕ ਦੂਜੇ ਨੂੰ ਭੰਡ ਕੇ ਪੰਜਾਬ ਵਧੀਆ ਬਣਦਾ। ਕੀ ਜੇ ਪ੍ਰਧਾਨ ਬਣਨਾ ਹੋਵੇ ਕਿਸੇ ਵੀ ਪਾਰਟੀ ਦਾ ਪਹਿਲਾਂ ਸਿਰ 'ਚ ਡਾਂਗਾ ਖਾਣੀਆਂ ਪੈਂਦੀਆਂ ਨੇ? ਉਹ 10 ਸਾਲਾਂ ਦਾ ਸਫ਼ਰ ਵੀ ਉਹਨੂੰ ਕਹੋ, ਜਿਹੜਾ ਉਹ ਬੰਦਾ ਬੋਲਦਾ ਵਾ ਉਹਨੂੰ ਕਹਾ ਆ ਕਿਸੇ ਦਿਨ ਬਹਿ, ਸਾਨੂੰ ਕੋਈ ਹਰਜ ਨਹੀਂ ਆ ਕੇ ਸੁਣ ਸਮਝ, ਫਿਰ ਪਤਾ ਚੱਲਦਾ ਵੀ ਪ੍ਰਧਾਨਗੀਆਂ ਕਿਵੇਂ ਮਿਲਦੀਆਂ ਹੁੰਦੀਆਂ। ਇਹ ਪੋਲੀਟੀਸ਼ੀਅਨ ਰਹਿ ਕੀ ਜਾਂਦਾ? ਤੁਸੀਂ ਕਿੰਨਾ ਫੇਮ ਵੀ ਨਹੀਂ ਹੈਗਾ, ਸ਼ੋਹਰਤ ਵੀ ਨਹੀਂ ਹੈਗੀ, ਇਹ ਪੋਲੀਟੀਸ਼ੀਅਨ ਬਣ ਗਏ ਹੋ, ਜੇ ਸਭ ਕੁਝ ਨਾ ਰਿਹਾ ਫਿਰ ਰਹੂਗਾ ਕੀ ਤੁਹਾਡੇ ਨਾਲ? ਪੋਲੀਟਿਕਸ ਬੜਾ ਮਤਲਬ ਲਬਲਾ ਦਾ ਨਾਮ, ਫੇਮ, ਆਪਣਾ ਤਾਮ ਝਾਮ, ਇਹ ਨਹੀਂ ਹੈਗੀ ਪੋਲੀਟਿਕਸ। ਇਹ ਅਗਰ ਤੁਸੀਂ ਇਸ ਉਮੀਦ ਨਾਲ ਆਓਗੇ ਇਹ ਜਾਣੀ ਆ, ਫਿਰ ਜਦੋਂ ਜਾਂਦੀ ਆ ਫਿਰ ਬੜੀ ਤਕਲੀਫ ਹੁੰਦੀ ਆ। ਸੋ ਪਹਿਲਾਂ ਹੀ ਆਪਣੇ ਆਪ ਨੂੰ ਉਵੇਂ ਰੱਖੋ ਵੀ ਅੱਜ ਮੰਨ ਲਓ ਅਹੁਦਾ ਹੈਗਾ, ਕੱਲ ਨੂੰ ਇਹ ਅਹੁਦਾ ਕਿਸੇ ਹੋਰ ਕੋਲ ਜਾਣਾ, ਕੱਲ ਨੂੰ ਮੈਂ ਐਮਐਲਏ ਹੈਗਾ, ਕੱਲ ਨੂੰ ਇੱਥੇ ਕਿਸੇ ਹੋਰ ਨੇ ਆਉਣਾ। ਕਦੀ ਕੋਈ ਪਰਮਾਨੈਂਟ ਨਹੀਂ ਰਿਹਾ ਰਾਜਨੀਤੀ 'ਚ। ਉਦੋਂ ਫਿਰ ਬੰਦਾ ਬੈਠਾ ਪੱਖੇ ਦੇ ਪਰ ਗਿਣਦਾ ਹੁੰਦਾ। ਕਈ ਵਾਰ ਮੈਂ ਵੇਖਿਆ ਕਈ ਲੀਡਰ ਹੈਗੇ ਆ ਜਦੋਂ ਸਰਕਾਰ 'ਚ ਹੁੰਦੇ ਆ ਉਦੋਂ ਉਹਨਾਂ ਨੂੰ ਰੱਬ ਭੁੱਲ ਜਾਂਦਾ। ਤੁਸੀਂ ਇਹ ਚਾਹੁੰਦੇ ਹੋ ਕਿ ਪੰਜਾਬ 'ਚੋਂ ਕਿਤੋਂ ਵੀ ਟਿਕਟ ਮਿਲ ਜਾਵੇ ਸਿੱਧੂ ਮੂਸੇਵਾਲੇ ਨੂੰ? ਭਾਜੀ ਇਹ ਸਾਰੀ ਇੰਟਰਵਿਊ ਉਹਦੇ ਤੇ ਬੇਸ ਨਾ ਰੱਖਿਓ। ਇਹ ਕਾਫੀ ਸਵਾਲ ਹੈ ਫਿਰ ਅੱਗੇ ਚੱਲਦਾ। ਕੋਈ ਵੀ ਏਡਾ ਵੱਡਾ ਵਿਅਕਤੀ ਨਹੀਂ ਹੁੰਦਾ ਵੀ ਆਪਾਂ ਉਹਨੂੰ ਵੀ ਲੈ ਦੇ ਕੇ ਆਪਾਂ ਡਿਸਕਸ ਕਰੀ ਚਲੀਏ। ਅੱਛਾ, ਬਿੰਦਰ ਢਿੱਲੋਂ ਮੰਨਦੇ ਨੇ ਕਿ ਹਲਕਾ ਰੋਪੜ ਤੋਂ ਉਹਨਾਂ ਦੀ ਟਿਕਟ ਜਿਹੜੀ ਉਹ ਪੱਕੀ ਹੋਣੀ ਚਾਹੀਦੀ ਹੈ, ਮੰਗ ਕਰਦੇ ਨੇ ਟਿਕਟ ਦੀ? ਟਿਕਟ ਤਾਂ ਇੱਥੇ ਕਿਸੇ ਦੀ ਵੀ ਪੱਕੀ ਨਹੀਂ ਹੁੰਦੀ। ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀਸ਼ਿਪ ਪੱਕੀ ਸੀ, ਪਤਾ ਸੀ ਉਹਨਾਂ ਨੂੰ ਵੀ, ਮੈਂ ਸੋਚਿਆ ਸੀ ਉਹਨਾਂ ਨੇ ਮੈਨੂੰ ਇਹ ਪਾਰਟੀ ਦੇ ਫੈਸਲੇ ਹੁੰਦੇ ਆ, ਪਾਰਟੀ ਨੇ ਵੇਖਣਾ ਵਾ। ਕੀ ਤੁਸੀਂ ਮੰਗ ਕਰਦੇ ਹੋ? ਨਹੀਂ, ਮੈਂ ਤਾਂ ਰੋਪੜ ਪੂਰਾ ਠੋਕ ਕੇ ਮੰਗਦਾ। ਕਿਉਂ? ਨਾਨ ਪੋਲੀਟੀਕਲ ਫੈਮਲੀਜ਼ 'ਚੋਂ ਬੱਚੇ ਨਹੀਂ ਇਸ ਰਾਜਨੀਤੀ ਚਾਹੁੰਦੇ, ਕਿਉਂਕਿ ਇਹ ਸੌਖਾ ਸਫ਼ਰ ਨਹੀਂ ਆ। ਇਹਦੇ ਵਿੱਚ ਦਿਨ ਬ ਦਿਨ ਕੱਟ ਵੱਡਾ, ਵੱਡੇ ਲੀਡਰਾਂ ਦੀ ਮਾਰ ਆ, ਆਪਣਿਆਂ ਦੀ ਮਾਰ ਆ, ਬਗਾਨਿਆਂ ਦੀ ਮਾਰ ਆ, ਮਜ਼ਾਕ ਉਡਾਇਆ ਜਾਂਦਾ। ਇਹ ਕੱਲ੍ਹ ਦਾ ਉੱਠਿਆ ਤੁਹਾਡਾ ਕਿਸੇ ਨੇ ਮਜ਼ਾਕ ਉਡਾਇਆ ਤੁਹਾਡਾ? ਬਹੁਤ ਭਾਜੀ। ਤੁਸੀਂ ਆਪਣੇ ਇੱਥੇ ਵੇਖ ਲਿਓ, ਥੱਲੇ ਜਿਨ੍ਹਾਂ ਦੇ ਆਪ ਦੀ ਪਿੰਡ ਦੀ ਵੋਟ ਨਹੀਂ ਪਵਾ ਸਕਦੇ ਹੋਣਗੇ, ਪੰਚੀ ਨਹੀਂ ਜਿੱਤਣ ਜੋਗੇ ਹੋਣਗੇ, ਕਈ ਬੰਦੇ ਥੱਲੇ ਕਮੈਂਟ ਕਰ ਦੇਣਗੇ ਉਹ ਇਹਨੂੰ ਕੀ ਪਤਾ ਰਾਜਨੀਤੀ ਦਾ। ਪਰ ਜੇ ਉਹਨਾਂ ਨੇ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਨੇ ਵੀ ਕਹਿਤਾ ਹੈ ਜੇ ਮੈਨੂੰ ਟਿਕਟ ਨਾ ਮਿਲੀ ਮੈਂ ਆਜ਼ਾਦ ਖੜਾਂਗਾ, ਭਾਂਡਾ ਤੁਹਾਡੇ ਸਿਰ ਫੁੱਟ ਜਾਣਾ ਕੱਲ ਨੂੰ। ਬਿੰਦਰ ਢਿੱਲੋਂ ਨੇ ਬਗਾਵਤ ਕੀਤੀ ਸੀ, ਮੂਸੇਵਾਲੇ ਟਿਕਟ ਨਹੀਂ ਮਿਲੀ, ਹੁਣ ਆਜ਼ਾਦ ਲੜ ਰਿਹਾ। ਮੈਨੂੰ ਕੀ ਮਤਲਬ ਮੇਰੇ ਸਿਰ ਕਿਉਂ ਭਾਂਡਾ ਫੁੱਟਣਾ? ਇਸ ਚੀਜ਼ ਦਾ ਅਗਰ ਫੁੱਟ ਵੀ ਜਾਵੇ ਤਾਂ ਕੋਈ ਹਰਜ ਨਹੀਂ ਹੈਗਾ। ਦੇਖੋ ਮੈਂ ਆਪਣੇ ਹੱਕ ਦੀ ਗੱਲ ਤਾਂ ਕਰਨੀ ਆ ਨਾ। ਅੱਛਾ, ਕੈਪਟਨ ਸਾਹਿਬ ਨਾਲ ਕੀ ਗੱਲ ਹੋ ਗਈ ਸੀ? ਕੀ ਰੋਸ ਕੀ ਸੀ? ਰੋਸ਼ ਨੂੰ ਵੀ ਅਮਰਿੰਦਰ ਨੇ ਉੱਥੇ ਰੌਲਾ ਪਾ ਲਿਆ ਤੇ ਮੈਂ ਉਹ ਬੰਦੇ ਨੂੰ ਡੀਕ ਰਿਹਾ ਸੀ ਵੀ ਕੋਈ ਗੱਲ ਨਹੀਂ, ਤੂੰ ਜਦੋਂ ਬਾਹਰ ਆਏਂਗਾ ਤੇਰੇ ਨਾਲ ਫਿਰ ਦੁਬਾਰਾ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਚੁਣਾਵੀ ਮੌਸਮ ਹੈ, ਲਗਾਤਾਰ ਹੀ ਰੈਲੀਆਂ ਹੋ ਰਹੀਆਂ ਨੇ, ਪਰ ਹੁਣ ਕੋਵਿਡ ਨੂੰ ਲੈ ਕੇ ਹਦਾਇਤਾਂ ਵੀ ਲੱਗੀਆਂ ਹੋਈਆਂ ਨੇ। ਤਾਂ ਸਿਆਸੀ ਪਾਰਟੀ ਦੇ ਵਿੱਚ ਕੋਈ ਵੀ
ਇੱਕ ਜਗ੍ਹਾ ਤੇ ਟਿਕਿਆ ਨਹੀਂ ਹੁੰਦਾ, ਅਲੱਗ-ਅਲੱਗ ਤਰੀਕੇ ਦੇ ਨਾਲ ਸਿਚੁਏਸ਼ਨ ਬਦਲਦੀ ਰਹਿੰਦੀ ਹੈ। ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਚਾਹੇ ਬਿੰਦਰ ਸਿੰਘ ਢਿੱਲੋਂ ਜੋ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਗੱਲ ਕਰ ਲਈਏ, ਬਿਆਨਬਾਜ਼ੀ ਵੀ ਆ ਜਾਂਦੀ ਹੈ। ਤੇ ਦੂਸਰੇ ਪਾਸੇ ਇਹ ਵੀ ਚਰਚਾ ਛੱਡ ਜਾਂਦੀ ਹੈ ਸੀਟਾਂ ਨੂੰ ਲੈ ਕੇ। ਕਿਹਾ ਤਾਂ ਇਹ ਜਾਂਦਾ ਕਾਂਗਰਸ ਪਾਰਟੀ ਵੱਲੋਂ ਕਿ ਇੱਕ ਪਰਿਵਾਰ ਨੂੰ ਇੱਕ ਸੀਟ, ਪਰ ਉਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ। ਸਾਡੇ ਨਾਲ ਮੌਜੂਦ ਨੇ ਬਿੰਦਰ ਸਿੰਘ ਢਿੱਲੋਂ, ਪੰਜਾਬ ਕਾਂਗਰਸ ਯੂਥ ਦੇ ਪ੍ਰੈਜ਼ੀਡੈਂਟ ਨੇ। ਉਹਨਾਂ ਨਾਲ ਚਰਚਾ ਕਰਾਂਗੇ। ਔਰ ਸਭ ਤੋਂ ਅਹਿਮ ਸਵਾਲ ਹੈ ਕਿ ਕਿਸੇ ਹੋਰ ਦੇ ਹਲਕੇ ਵਿੱਚ ਜਾ ਕੇ ਉੱਥੇ ਬੋਲ ਕੇ ਆਉਣਾ, ਕਿ ਟਿਕਟ ਸਿੱਧੂ ਮੂਸੇਵਾਲੇ ਨੂੰ ਨਹੀਂ ਕਿਸੇ ਹੋਰ ਸ਼ਖਸ ਨੂੰ ਮਿਲਣੀ ਚਾਹੀਦੀ ਹੈ। ਕੋਸ਼ਿਸ਼ ਇਹ ਕਰਾਂਗੇ ਤੁਹਾਡੀ ਉਸ ਸ਼ਖਸ ਨਾਲ ਵੀ ਮੁਲਾਕਾਤ ਕਰਵਾਈਏ। ਹੁਣ ਅਹਿਮ ਸਵਾਲ ਇਹ ਉੱਠਦਾ ਕਿ ਜਦੋਂ ਸੀਟਾਂ ਨੂੰ ਲੈ ਕੇ ਇੱਕ ਲਿਸਟ ਬਣਦੀ ਹੈ ਜਾਂ ਇੱਕ ਤਿਆਰ ਲਿਸਟ ਹੁੰਦੀ ਹੈ, ਤਾਂ ਉਸ ਵਿੱਚ ਹਲਕਿਆਂ ਤੋਂ ਪੁੱਛਿਆ ਜਾਂਦਾ ਹੈ ਜਾਂ ਪ੍ਰਧਾਨ ਤੋਂ ਪੁੱਛਿਆ ਜਾਂਦਾ ਹੈ। ਇਸ ਉੱਪਰ ਵੀ ਚਰਚਾ ਕਰਾਂਗੇ ਔਰ ਪ੍ਰਧਾਨਗੀ ਨੂੰ ਲੈ ਕੇ ਚਰਚਾ ਕਰਾਂਗੇ। ਕਾਲਜ ਦੇ ਉਸ ਸਫ਼ਰ 'ਤੇ ਵੀ ਆਪਾਂ ਨਜ਼ਰ ਰੱਖਾਂਗੇ ਜੋ ਬਿੰਦਰ ਸਿੰਘ ਢਿੱਲੋਂ ਨੇ ਇੱਕ ਤੈਅ ਕੀਤਾ ਸੀ, ਤਾਂ ਕਿਤੇ ਨਾ ਕਿਤੇ ਵੀ ਬਿਆਨਬਾਜ਼ੀ ਕਰ ਦਿੰਦੇ ਨੇ। ਪਰ ਉਸ ਦੇ ਬਾਵਜੂਦ ਇੱਕ ਹੋਰ ਵੀ ਇਹਨਾਂ ਦੀ ਚਰਚਾ ਛਿੜੀ ਸੀ ਕਿ ਕੈਪਟਨ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠ ਗਏ ਸਨ। ਕਹਿੰਦੇ ਸਨ ਵੀ ਕੈਪਟਨ ਸਾਡੀ ਗੱਲ ਨਹੀਂ ਸੁਣਦੇ। ਬਿੰਦਰ ਢਿੱਲੋਂ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਢਿੱਲੋਂ ਸਾਹਿਬ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਜੀ ਧੰਨਵਾਦ। ਸਵਾਲ ਮੇਰਾ ਪਹਿਲਾਂ ਇਹੀ ਹੈ, ਮੈਂ ਸ਼ੁਰੂਆਤ ਇੱਥੋਂ ਕਰਾਂਗਾ ਕੈਪਟਨ ਸਾਹਿਬ ਤੋਂ, ਫਿਰ ਆਪਾਂ ਚੰਨੀ ਸਾਹਿਬ ਤੇ ਆਉਂਦੇ ਹਾਂ। ਤੁਸੀਂ ਕੈਪਟਨ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠੇ। ਮੈਂ ਉਹੀ ਕਹਿ ਰਿਹਾ, ਸੋਸ਼ਲ ਮੀਡੀਆ ਦੀ ਅਫਵਾਹਾਂ, ਮੈਂ ਕੋਈ ਧਰਨਾ ਨਹੀਂ ਲਾ ਕੇ ਬੈਠਾ ਸੀ। ਉਹ ਗੱਲ ਕਿਉਂਕਿ ਵਿਰੋਧੀ ਤੁਹਾਡੇ ਚੁੱਕ ਲੈਂਦੇ ਆ, ਮੈਂ ਰੋਸ ਜ਼ਰੂਰ ਜ਼ਾਹਿਰ ਕੀਤਾ ਸੀ। ਦੇਖੋ, ਜਿੱਥੇ ਮੈਂ ਬਤੌਰ ਬਰਿੰਦਰ ਨਹੀਂ ਆ, ਬਰਿੰਦਰ ਤਾਂ ਇੱਕ ਚਲੋ ਆਪਾਂ ਇੱਕ ਇਨਸਾਨ ਆ, ਸਾਰੇ ਹਰ ਕੋਈ ਹਰ ਇੱਕ, ਲੇਕਿਨ ਮੇਰੀ ਕਈ ਜ਼ਿੰਮੇਵਾਰੀਆਂ ਵੀ ਆ। ਉਹ ਜ਼ਿੰਮੇਵਾਰੀਆਂ ਤਹਿਤ ਜੋ ਮੇਰਾ ਫਰਜ਼ ਬਣਦਾ, ਜਿੱਥੇ ਕਿਤੇ ਮੈਨੂੰ ਲੱਗਦਾ ਵੀ ਗਲਤ ਹੋ ਰਿਹਾ, ਉੱਥੇ ਮੇਰਾ ਆਪਣਾ ਤਰੀਕਾ ਵਾ ਆਵਾਜ਼ ਚੁੱਕਣ ਦਾ ਔਰ ਉਸ ਮਸਲੇ ਦਾ ਹੱਲ ਕਰਾਉਣ ਦਾ। ਮੈਂ ਕੋਈ ਹਰ ਜਗ੍ਹਾ ਰੋਸ਼ ਨਹੀਂ ਪ੍ਰਗਟ ਕਰ ਰਿਹਾ, ਪਰ ਉਹ ਚੀਜ਼ਾਂ ਦਾ ਹੱਲ ਵੀ ਕਰਾਉਣਾ ਹੁੰਦਾ। ਅੱਛਾ, ਕੈਪਟਨ ਸਾਹਿਬ ਨਾਲ ਕੀ ਗੱਲ ਹੋ ਗਈ ਸੀ? ਕੀ ਰੋਸ ਕੀ ਸੀ? ਨਹੀਂ, ਉਹ ਕੈਪਟਨ ਸਾਹਿਬ ਨਾਲ ਨਹੀਂ ਸੀ। ਇੱਥੇ ਦੇਖੋ, ਕੈਪਟਨ ਸਾਹਿਬ ਦੀ ਅੱਜ ਵੀ ਪਿੱਠ ਸੁਣਦੀ ਆ। ਕੈਪਟਨ ਸਾਹਿਬ ਨੇ ਜਿੱਥੇ ਜਿੱਥੇ ਉਹਨਾਂ ਤੋਂ ਹੋ ਸਕਿਆ ਉਹਨਾਂ ਨੇ ਸਾਨੂੰ ਜਗ੍ਹਾ ਦਿੱਤੀ, ਲੇਕਿਨ ਉਹਨਾਂ ਦਾ ਇੱਕ ਆਲਾ ਦੁਆਲਾ ਸੀਗਾ। ਇੱਕ ਉਹਨਾਂ ਦੇ ਅਫਸਰ ਸੀਗੇ ਜਿਹੜੇ ਉਹਨਾਂ ਨੇ ਉੱਥੇ ਅੰਦਰ ਬਿਠਾਏ ਹੋਏ ਸੀ, ਉਹ ਆਪਣੀ ਮਰਜ਼ੀਆਂ ਕਰਦੇ ਸੀ। ਕਈ ਵਾਰ ਉਹ ਕੈਪਟਨ ਸਾਹਿਬ ਦੀ ਮਰਜ਼ੀ ਵੀ ਹੁੰਦੀ ਸੀ ਤਾਂ ਵੀ ਉਹ ਚੀਜ਼ਾਂ ਉਹ ਕਰਵਾ ਦਿੰਦੇ ਸੀ। ਤਾਂ ਫਿਰ ਕਿਸੇ ਨਾ ਕਿਸੇ 'ਤੇ ਜਦੋਂ ਤੁਹਾਡੇ ਹਿਸਾਬ ਨਾਲ ਚੀਜ਼ਾਂ ਨਾ ਹੋਣ ਅਤੇ ਕਿਸੇ ਨੂੰ ਆਪਣਾ ਤੁਸੀਂ ਗੁੱਸਾ ਵੀ ਕੱਢਦੇ ਹੋ, ਤੁਸੀਂ ਆਪਣੀ ਗੱਲ ਵੀ ਰੱਖਦੇ ਹੋ, ਔਰ ਅਗਰ ਅਗਲਾ ਧੱਕਾ ਕਰਦਾ ਅਤੇ ਉਹਦੀ ਮੁਖਾਲਫਤ ਵੀ ਕਰਦੇ ਹੋ, ਔਰ ਜਿੱਥੇ ਤੱਕ ਤੁਹਾਡਾ ਵਾਹ ਚੱਲਦਾ ਤੁਸੀਂ ਵਾਹ ਲਾਉਂਦੇ ਹੋ। ਉਦੋਂ ਵੀ ਇੱਕ ਇਹੋ ਜਿਹਾ ਇੰਸੀਡੈਂਟ ਹੋ ਗਿਆ ਸੀਗਾ। ਉਦੋਂ ਕਿਸੇ ਨਾਲ ਗੁੱਸਾ ਜਿਹੜਾ ਸੀ, ਅੰਦਰ ਬਹਿਸ ਹੋਈ ਸੀ, ਉਹ ਬਹਿਸ ਨੂੰ ਧਰਨੇ ਦਾ ਰੂਪ ਦੇ ਦਿੱਤਾ ਗਿਆ, ਕਿਉਂਕਿ ਨਾ ਕੋਈ ਫੋਟੋ ਆਈ, ਨਾ ਕੋਈ ਧਰਨੇ ਦੀ ਵੀਡੀਓ ਆਈ, ਪਰ ਉਹ ਰੋਸ਼ ਨੂੰ ਵੀ ਬਰਿੰਦਰ ਨੇ ਉੱਥੇ ਰੌਲਾ ਪਾ ਲਿਆ। ਅਤੇ ਮੈਂ ਉਹ ਬੰਦੇ ਨੂੰ ਡੀਕ ਰਿਹਾ ਸੀ ਵੀ ਕੋਈ ਗੱਲ ਨਹੀਂ, ਤੂੰ ਜਦੋਂ ਬਾਹਰ ਆਏਂਗਾ ਤੇਰੇ ਨਾਲ ਫਿਰ ਦੁਬਾਰਾ ਗੱਲ ਕਰਦੇ ਹਾਂ। ਉਹਨੂੰ ਇਸ ਰੂਪ ਨਾਲ ਪੇਸ਼ ਕਰ ਦਿੱਤਾ ਗਿਆ। ਔਰ ਉਹ ਅੱਜ ਵੀ ਜਿਵੇਂ ਮਤਲਬ ਸੋਸ਼ਲ ਮੀਡੀਆ 'ਤੇ ਜਦੋਂ ਗੱਲ ਚੱਲ ਜਾਂਦੀ ਆ, ਅਸੀਂ ਧਰਨਾ ਲਾਇਆ, ਅਸੀਂ ਕਿਸਾਨੀ ਦਾ, ਉਹ ਫੋਟੋ ਨੂੰ ਮੋਰਫ ਕਰਕੇ 4 ਜਣਿਆਂ ਦੀ ਫੋਟੋ ਸੀ, ਉਹ ਫੋਟੋ ਨੂੰ ਮੰਡੀ ਬੋਰਡ ਦੇ ਬਾਹਰ ਦੀ ਫੋਟੋ ਸੀ, ਉਹਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਸੋਸ਼ਲ ਮੀਡੀਆ 'ਤੇ ਚੱਲ ਗਈ। ਔਰ ਫਿਰ ਉਦੋਂ ਜਦੋਂ ਸੋਸ਼ਲ ਮੀਡੀਆ 'ਤੇ ਕੋਈ ਚੀਜ਼ ਚੱਲ ਪਵੇ, ਫਿਰ ਉਹਦੀ ਐਕਸਪਲੇਨੇਸ਼ਨ ਜਿਹੜੀ ਆ ਉਹ ਕਈ ਵਾਰ ਮੈਟਰ ਨਹੀਂ ਕਰਦੀ। ਜਦੋਂ ਵਿਰੋਧੀ ਤੁਹਾਡੇ ਚਲਾ ਦਿੰਦੇ ਆ, ਫਿਰ ਉਹ ਚੱਲ ਪਿਆ ਚੱਲਦੇ ਨੇ। ਇੱਕ ਹੋਰ ਵੀ ਚੀਜ਼ ਜੁੜੀ ਸੀ ਕਿ ਬਿੰਦਰ ਢਿੱਲੋਂ ਦਾ ਫੋਨ ਨਹੀਂ ਚੱਕਦੇ ਕੈਪਟਨ ਸਾਹਿਬ, ਇਹ ਗੱਲ ਸਹੀ ਹੈ ਉਸ ਸਮੇਂ? ਦੇਖੋ, ਇਹ ਗੱਲਾਂ ਪਤਾ, ਫਿਰ ਮੈਂ ਤੁਹਾਨੂੰ ਇਹ ਕਹਿ ਰਿਹਾ, ਤੁਹਾਡੇ ਕੋਲ ਇਨਫੋਰਮੇਸ਼ਨ ਕਿੱਥੋਂ ਆਈ? ਤੁਹਾਨੂੰ ਕੈਪਟਨ ਸਾਹਿਬ ਨੇ ਦੱਸੀ? ਨਹੀਂ, ਇਹ ਸੋਰਸ ਹੁੰਦੇ ਨੇ ਵੀ, ਇਹ ਸੋਰਸਾਂ ਦੀ ਖਬਰ ਆ ਜਾਂਦੀ ਹੈ। ਤੁਹਾਨੂੰ ਮੈਂ ਦੱਸੀ, ਉਹ ਜਿਹੜੇ ਸੋਰਸ ਆ ਉਹਨਾਂ ਦੀ ਕੀ ਮਨਸ਼ਾ ਤੁਹਾਨੂੰ ਦੱਸਣ ਦੀ? ਫੋਨ ਮੈਂ ਕੀਤਾ, ਕੈਪਟਨ ਸਾਹਿਬ ਨੇ ਕੀਤਾ। ਕੈਪਟਨ ਸਾਹਿਬ ਦਾ ਕਿਸੇ ਦਾ ਵੀ ਕਈ ਵਾਰ ਨਹੀਂ ਚੱਕਦੇ ਹੁੰਦੇ ਸੀ, ਉਹ ਮੇਰਾ ਵੀ ਨਹੀਂ ਚੱਕਿਆ। ਅਤੇ ਔਰ ਤੁਸੀਂ ਵੀ ਨਹੀਂ ਕਈ ਵਾਰ ਕਿਸੇ ਦਾ ਚੱਕਦੇ, ਤੁਸੀਂ ਵੀ ਮੈਨੂੰ ਕਈ ਵਾਰ ਕੀਤਾ ਹੋਣਾ, ਮੈਂ ਨਹੀਂ ਚੱਕ ਸਕਿਆ, ਮੈਂ ਤੁਹਾਡਾ ਨਹੀਂ ਚੱਕ ਸਕਿਆ ਹੋਊਗਾ। ਸੋ ਇਹ ਫੋਨ ਨਾ ਚੱਕਣਾ ਇਹੋ ਜਿਹੀਆਂ ਗੱਲਾਂ ਦਾ ਮਸਲਾ ਨਹੀਂ ਬਣਦਾ ਹੁੰਦਾ ਕੋਈ ਵੀ। ਔਰ ਇਹ ਗੱਲਾਂ ਕੋਈ ਮੇਰੇ ਖਿਆਲ ਪਬਲਿਕ ਡੋਮੇਨ 'ਚ ਵੀ ਨਹੀਂ ਹੁੰਦੀਆਂ, ਇਹ ਚੀਜ਼ਾਂ ਮੈਟਰ ਵੀ ਨਹੀਂ ਕਰਦੀਆਂ। ਦੇਖੋ, ਪੋਲੀਟਿਕਸ ਜਿਹੜੀ ਆ ਬੜੀ ਹੌਲੀ ਹੋ ਚੁੱਕੀ ਕਈ ਵਾਰ। ਆਹ ਚੀਜ਼ਾਂ ਫੋਨ ਨਹੀਂ ਚੱਕਿਆ, ਉਹ ਹੋ ਗਿਆ, ਇਹ ਸਾਡੀਆਂ ਪਰਸਨਲ ਆ। ਔਰ ਇਸ ਚੀਜ਼ਾਂ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਵਾ, ਉਹਦੇ ਨਾਲ ਕੋਈ ਹੱਲ ਨਹੀਂ ਨਿਕਲਦਾ। ਸੋ ਮੇਰੇ ਹਿਸਾਬ ਨਾਲ ਇਹ ਮੈਟਰ ਨਹੀਂ ਕਰਦੀਆਂ ਮੇਰੇ ਵਾਸਤੇ ਚੀਜ਼ਾਂ। ਨਹੀਂ ਚੱਕਿਆ ਉਹਨਾਂ ਨੇ ਕਈ ਵਾਰ ਫੋਨ, ਇਹਦੇ ਅੰਦਰ ਕੋਈ ਰੋਸ਼ ਨਹੀਂ ਆ ਕਿ ਮੇਰੇ ਤੋਂ ਵੀ ਨਹੀਂ ਚੱਕਿਆ ਜਾਂਦਾ, ਕਈ ਵਾਰ ਨਹੀਂ ਵੀ ਚੱਕਿਆ ਜਾਂਦਾ, ਇਹਦੇ ਅੰਦਰ ਕੀ ਹਰਜ? ਚੰਨੀ ਸਾਹਿਬ ਨੂੰ ਦੇਖਣਾ ਹੋਵੇ ਹੁਣ, ਸੀਐਮ ਨੇ, ਕੀ ਫਰਕ ਲੱਗਦਾ ਕੈਪਟਨ ਸਾਹਿਬ ਤੇ ਚੰਨੀ ਸਾਹਿਬ 'ਚ? ਜੇ ਕੋਈ 3 ਫਰਕ ਦੱਸਣੇ ਹੋਣ, ਕੀ ਫਰਕ ਹੈ? ਫਰਕ ਤਾਂ ਬਹੁਤ ਆ। ਦੇਖੋ, ਚੰਨੀ ਸਾਹਿਬ ਹਰ ਚੀਜ਼ ਦੇ ਵਿੱਚ ਆਪ ਦਿਲਚਸਪੀ ਲੈਂਦੇ ਆ। ਚੰਨੀ ਸਾਹਿਬ ਹਰ ਚੀਜ਼ ਨੂੰ ਬਰੀਕੀ ਤੱਕ, ਉਹਦੇ ਥੱਲੇ ਤੱਕ ਜਾਂਦੇ ਆ। ਔਰ ਬਤੌਰ ਮੁੱਖ ਮੰਤਰੀ ਉਹ 24 ਘੰਟੇ ਉਹਨਾਂ ਨੂੰ ਜਦੋਂ ਮਰਜ਼ੀ ਮਿਲਿਆ ਜਾ ਸਕਦਾ। ਕੈਪਟਨ ਸਾਹਿਬ ਨੂੰ
ਮਿਲਣ ਦੀ ਇੱਕ ਸੀਮਾ ਹੁੰਦੀ ਸੀ ਵੀ ਨਹੀਂ ਤੁਸੀਂ ਟਾਈਮ ਲਓ, ਟਾਈਮ ਤੋਂ ਫਿਕਸ ਹੋਏ ਫਿਰ ਉਹਨਾਂ ਨੂੰ ਹੁੰਦਾ। ਚੰਨੀ ਸਾਹਿਬ ਨੂੰ ਤੁਸੀਂ ਖੁਦ ਵੀ ਜਦੋਂ ਮਰਜ਼ੀ ਮਿਲ ਸਕਦੇ ਹੋ, ਐਸੈਸਿਬਿਲਟੀ ਦੀ ਇੱਕ ਉਹਨਾਂ ਦਾ ਫਰਕ ਆ। ਫਿਰ ਦੂਜਾ ਚੰਨੀ ਸਾਹਿਬ ਲੋਕ ਪੱਖੀ ਜਿਹੜੀ ਗੱਲ ਆਪਾਂ ਕਹਿੰਦੇ ਆ, ਲੋਕਾਂ ਦੀ ਡਿਮਾਂਡ ਨੂੰ ਮੁੱਖ ਧਾਰਾ 'ਚ ਰੱਖਦੇ ਆ। ਕੈਪਟਨ ਸਾਹਿਬ ਥੋੜ੍ਹੀ ਜਿਹੀ ਇਸਟੈਬਲਿਸ਼ਮੈਂਟ ਔਰ ਥੋੜ੍ਹੀ ਜਿਹੀ ਸਿਸਟਮ ਦੀ ਗੱਲ ਜਿਹੜੀ ਸੀ ਉਹ ਮੁੱਖ ਧਾਰਾ 'ਚ ਰੱਖਦੇ ਸੀ। ਔਰ ਤੀਜੀ ਅਗਰ ਤੁਸੀਂ ਇਹ ਗੱਲ ਕਹੋ ਜਿਹੜੀ ਮੈਂ ਮਤਲਬ ਮੇਨ ਫਰੇਮ ਪੋਲਿਟਿਕਸ ਵਿੱਚ ਆ, ਚੰਨੀ ਸਾਹਿਬ ਥੋੜ੍ਹੇ ਅਗਰ ਤੁਸੀਂ ਕਹੋਗੇ ਵੀ ਉਹ ਆਪਣੀ ਪਰਸਨਲ ਲਾਈਫ ਆਪਣੀ ਜਿਵੇਂ ਮੰਨ ਲਓ ਆਫ ਪੋਲਿਟਿਕਸ ਤੋਂ ਇਲਾਵਾ ਵੀ ਉਹ ਗੱਲਾਂ ਕਰ ਲੈਂਦੇ ਆ, ਕਈ ਵਾਰ ਨੱਚ ਲੈਂਦੇ ਵੀ ਆ, ਗਾਣਾ ਵੀ ਗਾ ਲੈਂਦੇ ਆ। ਕੈਪਟਨ ਸਾਹਿਬ ਸਟ੍ਰਿਕਟਲੀ ਇੱਕ ਪੋਲੀਟੀਕਲ ਲਾਈਨ ਫੋਲੋ ਕਰਦੇ ਸੀ। ਮਤਲਬ ਅੱਜ ਕੱਲ੍ਹ ਜੋ ਜ਼ਮਾਨਾ ਵਾ, ਅੱਜ ਕੱਲ੍ਹ ਲੋਕ ਤੁਹਾਨੂੰ ਅੰਦਰੋਂ ਜਾਣਨਾ ਚਾਹੁੰਦੇ ਆ, ਲੋਕ ਚਾਹੁੰਦੇ ਆ ਵੀ ਤੁਹਾਡਾ ਅਸੀਂ ਦੂਜੀ ਸਾਈਡ ਵੀ ਵੇਖੀਏ। ਕੈਪਟਨ ਸਾਹਿਬ ਇੱਕ ਮਤਲਬ ਸਿਸਟਮੈਟਿਕ ਜੀ ਪੋਲਿਟਿਕਸ ਕਰਦੇ ਸੀ। ਚੰਨੀ ਸਾਹਿਬ ਬਹੁਤ ਜਿੰਨੀ ਕੁ ਉਹਨਾਂ ਨੇ ਗੱਲ ਕਰਨੀ ਉਨੀ ਕੁ ਕਰਨੀ, ਉਸ ਤੋਂ ਵੱਧ ਨਹੀਂ ਗੱਲ ਕਰਨੀ। ਤੁਸੀਂ ਵੇਖੋ ਅੱਜ ਤੱਕ ਕਦੀ ਕੈਪਟਨ ਸਾਹਿਬ ਤੋਂ ਅਗਰ ਤੁਸੀਂ ਗੱਲ ਵੇਖੋਗੇ, ਕੈਪਟਨ ਸਾਹਿਬ ਦੀ ਜਿਹੜੀ ਰਾਜਨੀਤੀ ਰਹੀ ਆ ਉਹਦੇ ਵਿੱਚ ਕਦੀ ਸਲਿੱਪ ਅਪ ਨਹੀਂ ਹੋਇਆ, ਕਦੀ ਵੀ ਨੱਪੀ ਤੁਲੀ ਗੱਲ ਰਹੀ ਹਮੇਸ਼ਾ। ਇਸ ਕਰਕੇ ਸ਼ਾਇਦ ਲੋਕਾਂ ਨੂੰ ਉਹ ਪੋਲੀਟੀਕਲ ਲੱਗਦਾ ਸੀ। ਲੋਕਾਂ ਨੂੰ ਲੱਗਦਾ ਨਹੀਂ ਯਾਰ ਇਹ ਮਤਲਬ ਮੁਖੌਟਾ ਇੱਕ ਨੈਚੁਰਲ ਜਿਹੜੀ ਗੱਲਾਂ ਵਾ, ਚੰਨੀ ਸਾਹਿਬ 'ਚ ਇਹ ਲੱਗਦਾ ਵੀ ਨਹੀਂ ਯਾਰ ਇਹ ਤਾਂ ਆਮ ਜਿਹਾ ਹੀ ਬੰਦਾ ਵਾ। ਸੋ ਇਹ ਫਰਕ ਆ ਦੋ ਚੀਜ਼ਾਂ। ਅੱਛਾ, ਹੁਣ ਸਾਰਿਆਂ ਨਾਲੋਂ ਅਹਿਮ ਗੱਲ ਜੋ ਇਸ ਸਮੇਂ ਗਰਮਾਈ ਹੋਈ ਹੈ ਸੋਸ਼ਲ ਮੀਡੀਆ ਤੇ, ਤੁਸੀਂ ਵੀ ਆਪਣੇ ਅਕਾਊਂਟ ਵਿੱਚ ਪਾਇਆ, ਸਿੱਧੂ ਮੂਸੇਵਾਲਾ ਨਾਲ ਤੁਹਾਡਾ ਪੰਗਾ ਕੀ ਆ? ਉਹਨਾਂ ਦੇ ਗੜ੍ਹ ਵਿੱਚ ਜਾਂਦੇ ਹੋ, ਜਾ ਕੇ ਕਹਿੰਦੇ ਹੋ ਵੀ ਟਿਕਟ ਦੇ ਦਾਅਵੇਦਾਰ ਹੋਰ ਨਹੀਂ ਹੈ, ਇੱਕ ਹੋਰ ਸ਼ਖਸ ਦਾ ਤੁਸੀਂ ਨਾਮ ਲੈ ਲੈਂਦੇ ਹੋ ਕਿ ਸਿੱਧੂ ਮੂਸੇਵਾਲੇ ਨੂੰ ਤੁਸੀਂ ਪਸੰਦ ਨਹੀਂ ਕਰਦੇ ਜਾਂ ਟਿਕਟ ਦਾ ਹੀ ਮਸਲਾ ਹੈ ਵੀ ਟਿਕਟ ਨਹੀਂ ਮਿਲਣੀ ਚਾਹੀਦੀ ਸਿੱਧੂ ਮੂਸੇਵਾਲੇ ਨੂੰ? ਦੇਖੋ, ਮੇਰਾ ਇੱਕ ਕਲਾਕਾਰ ਸਿੱਧੂ ਮੂਸੇਵਾਲਾ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ, ਮੈਂ ਪੋਲੀਟੀਕਲੀ ਉਹਨਾਂ ਨੂੰ ਨਹੀਂ ਜਾਣਦਾ, ਉਹਨਾਂ ਦੇ ਗਾਣੇ ਸਭ ਨੇ ਸੁਣੇ ਆ। ਮੇਰਾ ਵਿਰੋਧ ਜਿਹੜਾ ਤੁਸੀਂ ਵਿਰੋਧ ਸ਼ਬਦ ਦੇ ਰਹੇ ਹੋ ਵੀ ਉਹਨਾਂ ਦੇ, ਅਸੀਂ ਉਹਨਾਂ ਤੋਂ ਕੁਝ ਨਹੀਂ ਲੈਣਾ ਦੇਣਾ, ਸਾਡਾ ਉਹਨਾਂ ਨਾਲ ਕੋਈ ਮਸਲਾ ਨਹੀਂ ਹੈਗਾ। ਪਾਰਟੀ ਨੇ ਉਹਨਾਂ ਨੂੰ ਜੁਆਇਨ ਕੀਤਾ, ਲੇਕਿਨ ਉੱਥੇ ਸਾਡਾ ਇੱਕ ਨੌਜਵਾਨ ਉਮੀਦਵਾਰ ਮਿਹਨਤ ਕਰ ਰਿਹਾ, ਨਾਮ ਨੌਜਵਾਨ ਦਾ ਜਸਪਿੰਦਰਬੀਰ ਚਹਿਲ, ਅਸੀਂ ਉਹਦੀ ਟਿਕਟ ਮੰਗਣਾ। ਔਰ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਹਾਂ। ਮੈਂ ਅਗਰ ਆਪਣੇ ਸੰਗਠਨ ਦੀ ਗੱਲ ਨਹੀਂ ਕਰੂੰਗਾ, ਜਸਪਿੰਦਰ ਸਾਡਾ ਜ਼ਿਲ੍ਹਾ ਪ੍ਰਧਾਨ ਆ, ਮੈਂ ਆਪਣੇ ਜਿਹੜੇ ਮੇਰੇ ਸੰਗਠਨ ਦੇ ਲੋਕ ਆ, ਜਿਹੜੇ ਨੌਜਵਾਨ ਲੋਕ ਆ, ਮੈਂ ਉਹਨਾਂ ਦੀ ਗੱਲ ਕਰੂੰਗਾ। ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਆ, ਉਹ ਯੂਥ ਕਾਂਗਰਸ ਦਾ ਹਿੱਸਾ ਨਹੀਂ ਆ। ਯੂਥ ਕਾਂਗਰਸ ਇਸ ਸੀਟ ਤੇ ਨਹੀਂ, ਬਾਕੀ ਸੀਟਾਂ ਤੇ ਵੀ, ਕਿਉਂਕਿ ਉਹ ਚਰਚਿਤ ਚਿਹਰਾ ਵਾ, ਇਸ ਕਰਕੇ ਸ਼ਾਇਦ ਤੁਸੀਂ ਲੋਕ ਉਹਨੂੰ ਕਵਰ ਜ਼ਿਆਦਾ ਕਰਦੇ ਹੋ, ਤੁਹਾਨੂੰ ਅੱਜ ਇਹ ਚੀਜ਼ਾਂ ਦਿਖ ਰਹੀਆਂ। ਤੁਹਾਨੂੰ ਵੀ ਕਰਦੇ ਨਹੀਂ, ਅਸੀਂ ਬਾਕੀ ਨਹੀਂ ਬਿਲਕੁਲ ਕਰਦੇ, ਕੋਈ ਦੋ ਰਾਏ ਨਹੀਂ ਆ, ਤੁਸੀਂ ਸਾਨੂੰ ਵੀ ਬਕਾਇਦਾ ਕਵਰ ਕਰਦੇ ਹੋ। ਪਰ ਉਸ ਸੀਟ ਦੇ ਉੱਤੇ ਇਸ ਕਰਕੇ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਿਆ ਕਿਉਂਕਿ ਸਾਰੀ ਸਾਡੀ ਪਾਰਟੀ ਇੱਕ ਤਰਫ ਹੋ ਗਈ ਔਰ ਲੱਗਦਾ ਸੀ ਵੀ ਉਹਦੀ ਸੀਟ ਪੱਕੀ ਆ। ਉਹਨਾਂ ਨੂੰ ਲੱਗਾ ਵੀ ਕੁਝ ਨੌਜਵਾਨ 2-3 ਮੁੰਡੇ ਖੜੇ ਹੋ ਕੇ ਉਹਨਾਂ ਨੇ ਇੱਕ ਤਰ੍ਹਾਂ ਤੋਂ ਆਪਣੀ ਪਾਰਟੀ ਸਟੈਬਲਿਸ਼ਮੈਂਟ ਨੂੰ ਇਹ ਕਹਿਤਾ ਵੀ ਨਹੀਂ, ਤੁਸੀਂ ਸਾਡੀ ਵੀ ਗੱਲ ਸੁਣੋ, ਜੋ ਕਿ ਅਨਹਰਡ ਸੀਗੀ, ਜੋ ਕਿ ਰਾਜਨੀਤੀ ਵਿੱਚ ਨਹੀਂ ਹੁੰਦਾ। ਜਦੋਂ ਇੱਕ ਪਾਰਟੀ ਲੀਡਰਸ਼ਿਪ ਸਾਰੇ ਬੰਦੇ ਇੱਕ ਡਿਸਾਈਡ ਕਰ ਲੈਣ ਇੱਕ ਚੀਜ਼ ਨੂੰ, ਅਸੀਂ ਕੋਈ ਵਿਰੋਧ ਸ਼ਬਦ ਨਾ ਬਾਰ-ਬਾਰ ਯੂਜ਼ ਕੀਤਾ ਜਾਵੇ। ਅਸੀਂ ਇਹ ਕਿਹਾ ਵਾ ਵੀ ਸਾਡੀ ਵੀ ਗੱਲ ਸੁਣੀ ਜਾਵੇ, ਜਿੱਥੇ ਸਾਡੇ ਨੌਜਵਾਨ ਦੀ ਗੱਲ ਆ ਉਹਦੀ ਵੀ ਗੱਲ ਰੱਖੀ ਜਾਵੇ ਔਰ ਉਹਦੇ ਮਿਹਨਤ ਨੂੰ ਵੀ ਤਰਜੀਹ ਦਿੱਤੀ ਜਾਵੇ। ਇਹ ਨਹੀਂ ਆ ਵੀ ਅਗਰ ਆਪਾਂ ਕੋਈ ਬੰਦਾ ਕਿਸੇ ਖਿੱਤੇ 'ਚੋਂ ਕਿਸੇ ਫੀਲਡ 'ਚੋਂ ਨਹੀਂ ਰਾਜਨੀਤੀ 'ਚ ਆ ਸਕਦਾ, ਮੋਸਟ ਵੈਲਕਮ, ਅਸੀਂ ਕੌਣ ਹੁੰਦੇ ਰੋਕਣ ਵਾਲੇ। ਲੇਕਿਨ ਅਸੀਂ ਆਪਣੇ ਬੰਦਿਆਂ ਦੀ ਤਾਂ ਗੱਲ ਕਰਨੀ ਨਹੀਂ ਛੱਡ ਸਕਦੇ ਨਾ, ਸਾਡੇ ਬੰਦਿਆਂ ਦਾ ਵੀ ਹੱਕ ਆ। ਅਸੀਂ ਉਹਦੇ ਹੱਕ ਦੀ ਗੱਲ ਕਰ ਰਹੇ ਹਾਂ। ਅਸੀਂ ਉਹਦੀ ਜਗ੍ਹਾ ਕੋਈ ਕਲਾਕਾਰ ਆ ਜਾਏ, ਕੋਈ ਬਿਜ਼ਨਸਮੈਨ ਆ ਜਾਏ, ਕੋਈ ਵੱਡਾ ਪੋਲੀਟੀਸ਼ੀਅਨ ਆ ਜਾਏ, ਜਿੱਥੇ ਸਾਡੇ ਬੰਦੇ ਦਾ ਹੱਕ ਆ ਅਸੀਂ ਉਹਦੀ ਗੱਲ ਕਰਾਂਗੇ, ਉਹਦੀ ਗੱਲ ਪ੍ਰਮੁੱਖ ਸ਼੍ਰੇਣੀ 'ਚ ਰੱਖਾਂਗੇ। ਉਹਦੇ ਫਿਰ ਸਾਹਮਣੇ ਸਾਡੇ ਵਾਸਤੇ ਮੈਟਰ ਨਹੀਂ ਕਰਦਾ ਕੌਣ ਆ ਕੌਣ ਨਹੀਂ ਆ। ਇਹ ਸਿੱਧੂ ਮੂਸੇਵਾਲੇ ਜੇ ਪਾਰਟੀ ਵਿੱਚ ਆਏ ਨੇ, ਪਾਰਟੀ ਨੇ ਸੋਚਿਆ ਹੋਊਗਾ ਨਾ ਵੀ ਸੀਟ ਕੱਢ ਦੇਣਗੇ ਤਾਂ ਉਹਨਾਂ ਨੂੰ ਲੈ ਕੇ ਅਸੀਂ ਆਏ ਆ, ਫਿਰ ਤੁਸੀਂ ਵੀ ਚੀਜ਼ ਸੋਚਦੇ ਹੋ ਵੀ ਠੀਕ ਹੈ ਜੋ ਆਏ ਨੇ ਸੀਟ ਕੱਢ ਦੇਣਗੇ, ਜਾਂ ਤੁਹਾਨੂੰ ਹਲੇ ਵੀ ਸ਼ੰਕਾ ਵੀ ਸੀਟ ਨਹੀਂ ਕੱਢ ਪਾਉਣਗੇ? ਦੇਖੋ, ਸਿੱਧੂ ਜਿਹੜੇ ਤੁਸੀਂ ਕਲਾਕਾਰ ਦਾ ਨਾਮ ਲੈ ਰਹੇ ਹੋ, ਉਹ ਕਲਾਕਾਰ ਵੱਡੇ ਹੋ ਸਕਦੇ ਆ, ਪਰ ਉਹ ਪੋਲੀਟੀਸ਼ੀਅਨ ਕਿੱਡੇ ਕਾ? ਔਰ ਅਗਰ ਉਹ ਪੋਲੀਟੀਸ਼ੀਅਨ ਵੀ ਵੱਡੇ ਆ ਅਗਰ ਪਾਰਟੀ ਨੂੰ, ਫਿਰ ਉਹ ਪੰਜਾਬ 'ਚ ਕਿਤੋਂ ਵੀ ਲੜ ਸਕਦੇ ਆ। ਔਰ ਜ਼ਰੂਰੀ ਨਹੀਂ ਕਿ ਮਾਨਸਾ 'ਚ ਲੜਨ। ਫਿਰ ਅਗਰ ਮੰਨ ਲਓ ਅਗਰ ਆਪਾਂ ਇਹ ਕਹਿ ਰਹੇ ਹਾਂ ਵੀ ਉਹ ਬਹੁਤ ਪਾਰਟੀ ਨੂੰ ਪਪੂਲਰ ਚਿਹਰਾ ਵਾ, ਫਿਰ ਪਪੂਲੈਰਿਟੀ ਜਿਹੜੀ ਆ ਉਹ ਰਾਜਨੀਤੀ ਵਿੱਚ ਕਿਸੇ ਨੂੰ ਕੋਈ ਸੌਖਾ ਨਹੀਂ ਮਿਲਿਆ। ਵਿਰਾਸਤਾਂ 'ਚ ਜਿਨ੍ਹਾਂ ਨੂੰ ਰਾਜਨੀਤੀ ਮਿਲੀ ਆ, ਜਾਂ ਤਾਂ ਲੀਡਰਾਂ ਦੇ ਮੁੰਡਿਆਂ ਨੂੰ ਕਈ ਵਾਰ ਮਿਲ ਜਾਂਦੀ ਆ, ਜਾਂ
ਆਪਣਾ ਕੀ ਕਹਿੰਦੇ ਮੰਨ ਲਓ ਕਲਾਕਾਰਾਂ ਨੂੰ ਮਿਲ ਜਾਂਦੀ ਆ ਜਾਂ ਕਿਸੇ ਸੈਲੀਬ੍ਰਿਟੀ ਨੂੰ ਮਿਲ ਜਾਂਦੀ ਆ, ਉਹਨਾਂ ਵਾਸਤੇ ਪਹਿਲੀ ਇਲੈਕਸ਼ਨ ਸੌਖੀ ਹੁੰਦੀ ਆ ਕਿਉਂਕਿ ਉਹ ਕਿਤੋਂ ਵੀ ਜਿੱਤ ਜਾਂਦੇ ਆ ਕਿਉਂਕਿ ਉਹਨਾਂ ਦੇ ਨਾਮ ਆ। ਲੇਕਿਨ ਇੱਕ ਨੌਜਵਾਨ ਮੁੰਡਾ ਜਿਹਨੂੰ ਕੋਈ ਜਾਣਦਾ ਨਹੀਂ ਆ, ਉਹਦੇ ਵਾਸਤੇ ਮੁਸ਼ਕਲਾਂ ਦਿਨ ਬ ਦਿਨ ਬਹੁਤ ਜ਼ਿਆਦਾ ਹੁੰਦੀਆਂ। ਉਹਨੂੰ ਕੋਈ ਅਫਸਰ ਨਹੀਂ ਜਾਣਦਾ ਹੁੰਦਾ, ਉਹਨੂੰ ਕੋਈ ਲੀਡਰ ਨਹੀਂ ਜਾਣਦਾ ਹੁੰਦਾ, ਉਹਦੇ ਤੇ ਕੋਈ ਸਰਪੰਚ ਭਰੋਸਾ ਨਹੀਂ ਕਰਦਾ। ਅਗਰ ਉਹ ਆਪਣਾ ਨਾਮ ਐਸਟੈਬਲਿਸ਼ ਕਰਦਾ ਵਾ, ਅਗਰ ਉਹ ਆਪਣਾ ਨਾਮ ਬਣਾਉਂਦਾ ਵਾ, ਤੇ ਉਹ ਬੜੇ ਸੰਘਰਸ਼ ਚੋਂ ਨਿਕਲਦਾ, ਉਹ ਬੜੀਆਂ ਮੁਸ਼ਕਿਲਾਂ ਚੋਂ ਨਿਕਲਦਾ। ਇਹ ਪੋਲੀਟੀਕਲ ਸਫ਼ਰ ਕਦੀ ਕਵਰ ਨਹੀਂ ਹੁੰਦੇ, ਉਹਨੂੰ ਕਈ ਲੀਡਰ ਮਾਰਦੇ ਆ। ਇਹ ਮੇਰੇ ਨਾਲ ਵੀ ਹੋਇਆ, ਇਹ ਹਰ ਨੌਜਵਾਨ ਲੀਡਰ ਨਾਲ ਹੋਇਆ ਜਿਹਦਾ ਪੋਲੀਟੀਕਲ ਬੈਕਗਰਾਉਂਡ ਨਹੀਂ ਸੀ। ਕਿਉਂ ਨਾਨ ਪੋਲੀਟੀਕਲ ਫੈਮਲੀਜ਼ ਚੋਂ ਬੱਚੇ ਨਹੀਂ ਇਸ ਰਾਜਨੀਤੀ ਚਾਹੁੰਦੇ? ਕਿਉਂਕਿ ਇਹ ਸੌਖਾ ਸਫ਼ਰ ਨਹੀਂ ਆ। ਇਹਦੇ ਵਿੱਚ ਦਿਨ ਬ ਦਿਨ ਕੱਟ ਵੱਢ ਆ, ਵੱਡੇ ਲੀਡਰਾਂ ਦੀ ਮਾਰ ਆ, ਆਪਣਿਆਂ ਦੀ ਮਾਰ ਆ, ਬਗਾਨਿਆਂ ਦੀ ਮਾਰ ਆ, ਮਜ਼ਾਕ ਉਡਾਇਆ ਜਾਂਦਾ। ਇਹ ਕੱਲ੍ਹ ਦਾ ਉੱਠਿਆ ਤੁਹਾਡਾ ਕਿਸੇ ਨੇ ਮਜ਼ਾਕ ਉਡਾਇਆ ਤੁਹਾਡਾ? ਬਹੁਤ ਭਾਜੀ, ਤੁਸੀਂ ਆਪਣੇ ਇੱਥੇ ਵੇਖ ਲਿਓ, ਥੱਲੇ ਜਿਨ੍ਹਾਂ ਦੇ ਆਪ ਦੀ ਪਿੰਡ ਦੀ ਵੋਟ ਨਹੀਂ ਪਵਾ ਸਕਦੇ ਹੋਣਗੇ, ਪੰਚੀ ਨਹੀਂ ਜਿੱਤਣ ਜੋਗੇ ਹੋਣਗੇ, ਕਈ ਬੰਦੇ ਥੱਲੇ ਕਮੈਂਟ ਕਰ ਦੇਣਗੇ, ਉਹ ਇਹਨੂੰ ਕੀ ਪਤਾ ਰਾਜਨੀਤੀ ਦਾ। ਸਾਡੇ ਜ਼ਿੰਦਗੀ ਦੇ ਕਿਉਂਕਿ ਅਸੀਂ ਕੋਈ ਏਡੀਆਂ ਸੈਲੀਬ੍ਰਿਟੀਜ਼ ਨਹੀਂ ਆ ਨਾ। ਸਾਡੀ ਜ਼ਿੰਦਗੀ 'ਚ ਅਸੀਂ ਕਾਲਜ ਤੋਂ ਜਦੋਂ ਸਫ਼ਰ ਸ਼ੁਰੂ ਕੀਤਾ ਹੋਣਾ, ਯੂਨੀਵਰਸਿਟੀ ਤੋਂ ਸਫ਼ਰ ਸ਼ੁਰੂ ਕੀਤਾ ਹੋਣਾ, ਬਹੁਤ ਇਲੈਕਸ਼ਨਾਂ ਲੜੀਆਂ ਹੋਣੀਆਂ, ਉਹ ਕਿਸੇ ਨੂੰ ਨਹੀਂ ਪਤਾ, ਕੋਈ ਕੰਪਲੇਂਟ ਨਹੀਂ ਆ ਕਿਸੇ ਨੂੰ ਅਗਰ ਨਹੀਂ ਪਤਾ ਤੇ ਉਹਦੇ ਵਿੱਚ। ਲੇਕਿਨ ਇਹ ਇੱਕ ਖੋਖਲੇਪਨ ਦੀਆਂ ਨਿਸ਼ਾਨੀਆਂ ਕਈ ਬੰਦਿਆਂ ਦੀਆਂ। ਤੁਸੀਂ ਗੱਲ ਨੂੰ ਪਰਖੋ, ਜੋ ਅਸੀਂ ਕਹਿਣ ਦੀ ਗੱਲ ਕਰ ਰਹੇ ਉਸ ਤਰਕ ਨੂੰ ਸਮਝੋ। ਤੁਸੀਂ ਸਾਡੇ ਤੇ ਕੋਈ ਪਰਸਨਲ ਅਟੈਕ, ਸਾਡਾ ਕਿਸੇ ਨਾਲ ਕੋਈ ਪਰਸਨਲ ਵਿਰੋਧ ਥੋੜ੍ਹਾ ਵਾ। ਅਸੀਂ ਤਾਂ ਇਹ ਗੱਲ ਮੇਰਾ ਪ੍ਰਮੁੱਖ ਕਾਰਨ ਆ ਵੀ ਨਾਨ ਪੋਲੀਟੀਕਲ ਫੈਮਲੀਜ਼ 'ਚੋਂ ਨੌਜਵਾਨ ਇਸ ਫੀਲਡ 'ਚ ਆਉਣੇ ਚਾਹੀਦੇ ਆ। ਔਰ ਅਗਰ ਮੈਂ ਆਇਆ ਵਾਂ, ਪਿਛਲੀ ਵਾਰ ਗੋਲਡੀ ਇਲੈਕਸ਼ਨ ਜਿੱਤਿਆ ਵਾ, ਜਟਾਣਾ ਉੱਥੋਂ ਕਾਂਗਰਸ ਪਾਰਟੀ 'ਚੋਂ ਆਇਆ, ਹੋਰ ਪਾਰਟੀਆਂ ਨੇ ਮਾਰਿਆ ਲੋਕਾਂ ਨੂੰ, ਲੇਕਿਨ ਕਾਂਗਰਸ ਪਾਰਟੀ ਨੇ ਮੌਕਾ ਦਿੱਤਾ। ਤੇ ਮੇਰਾ ਵੀ ਫਰਜ਼ ਬਣਦਾ ਨਾ, ਮੈਂ ਇਹੋ ਜਿਹੇ ਨੌਜਵਾਨਾਂ ਦੀ ਲੜਾਈ ਲੜਾਂ। ਸਾਡੀ ਲੜਾਈ ਕਿਸੇ ਨੇ ਨਹੀਂ ਲੜੀ, ਸਾਡੀ ਲੜਾਈ ਲੜਨ ਵਾਲਾ ਕੋਈ ਸਟੇਟ ਲੈਵਲ ਤੇ ਨਹੀਂ ਸੀਗਾ। ਸਾਡੀ ਜ਼ਰੂਰ ਮਦਦ ਹੋਈ, ਬੜੇ ਲੀਡਰਾਂ ਨੇ, ਵੱਡਿਆਂ ਨੇ ਮਦਦ ਕੀਤੀ, ਉਹਨਾਂ ਨੇ ਮੌਕਾ ਦਿੱਤਾ। ਲੇਕਿਨ ਇਹੋ ਜਿਹੇ ਨੌਜਵਾਨ ਜਦ ਤੱਕ ਭਾਜੀ ਨਾਨ ਪੋਲੀਟੀਕਲ ਫੈਮਲੀਜ਼ 'ਚੋਂ ਨੌਜਵਾਨ ਇਸ ਫੀਲਡ 'ਚ ਨਹੀਂ ਆਉਣਗੇ ਔਰ ਇਹੋ ਜਿਹੀ ਪ੍ਰੋਮੀਨੈਂਟ ਪੋਲੀਟੀਕਲ ਪਾਰਟੀਜ਼ ਉਹਨਾਂ ਨੂੰ ਜਗ੍ਹਾ ਨਹੀਂ ਦਊਗੀ, ਫਿਰ ਰਾਜਨੀਤੀ ਵਿੱਚ ਸੁਧਾਰ ਨਹੀਂ ਆ ਸਕਦਾ। ਰਾਜਨੀਤੀ ਸੁਧਾਰ ਨੀਤੀਆਂ ਨੂੰ, ਚੰਗੇ ਲੋਕਾਂ ਨਾਲ ਹੀ ਆਊਗਾ ਨਾ। ਕਿ ਆਪਾਂ ਕਹੀਏ ਵੀ ਇੱਕ ਸੈਲੀਬ੍ਰਿਟੀ ਆ, ਉਹ ਆਪਣੇ ਫੀਲਡ ਦੇ ਵਿੱਚ ਬਹੁਤ ਵਧੀਆ ਵਾ, ਉਹਨਾਂ ਨੇ ਉੱਥੇ ਆਪਣੇ ਆਪ ਨੂੰ ਪ੍ਰੂਵ ਕੀਤਾ ਵਾ। ਲੇਕਿਨ ਪੋਲੀਟਿਕਸ ਵਿੱਚ ਵੀ ਆ ਕੇ ਤੁਹਾਨੂੰ ਬਾਰ-ਬਾਰ ਪ੍ਰੂਵ ਕਰਨਾ ਪੈਂਦਾ, ਤਾਂ ਹੀ ਸੈਲੀਬ੍ਰਿਟੀਜ਼ ਸ਼ਾਇਦ ਦੂਜੀ ਇਲੈਕਸ਼ਨ ਨਹੀਂ ਲੜ ਪਾਉਂਦੇ। ਅੱਛਾ ਢਿੱਲੋਂ ਸਾਹਿਬ, ਇੱਕ ਹੋਰ ਸਵਾਲ ਹੈ। ਚਲੋ ਤੁਸੀਂ ਹੁਣ ਕਹਿ ਦਿੱਤਾ ਵੀ ਤੁਸੀਂ ਟਿਕਟ ਮੰਗਦੇ ਹੋ ਚਹਿਲ ਲਈ, ਜੋ ਨੌਜਵਾਨ ਮੁੰਡਾ, ਪਰ ਜੇ ਉਹਨਾਂ ਨੇ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਨੇ ਵੀ ਕਹਿਤਾ ਹੈ, ਜੇ ਮੈਨੂੰ ਟਿਕਟ ਨਾ ਮਿਲੀ ਮੈਂ ਆਜ਼ਾਦ ਖੜਾਂਗਾ, ਭਾਂਡਾ ਤੁਹਾਡੇ ਸਿਰ ਫੁੱਟ ਜਾਣਾ ਕੱਲ੍ਹ ਨੂੰ। ਭੁਪਿੰਦਰ ਢਿੱਲੋਂ ਨੇ ਬਗਾਵਤ ਕੀਤੀ ਸੀ, ਮੂਸੇਵਾਲੇ ਟਿਕਟ ਨਹੀਂ ਮਿਲੀ, ਹੁਣ ਆਜ਼ਾਦ ਲੜ ਰਿਹਾ। ਮੈਨੂੰ ਕੀ ਮਤਲਬ, ਮੇਰੇ ਸਿਰ ਕਿਉਂ ਭਾਂਡਾ ਫੁੱਟਣਾ? ਇਸ ਚੀਜ਼ ਦਾ ਅਗਰ ਫੁੱਟ ਵੀ ਜਾਵੇ ਤਾਂ ਕੋਈ ਹਰਜ ਨਹੀਂ ਹੈਗਾ। ਦੇਖੋ, ਮੈਂ ਆਪਣੇ ਹੱਕ ਦੀ ਗੱਲ ਤਾਂ ਕਰਨੀ ਆ ਨਾ, ਮੈਂ ਆਪਣੀ ਗੱਲ ਤਾਂ ਰੱਖਣੀ ਆ ਨਾ। ਮੈਨੂੰ ਲੱਗਦਾ ਮੇਰਾ ਹੱਕ ਬਣਦਾ, ਪਾਰਟੀ ਨੇ ਫੈਸਲਾ ਕਰਨਾ, ਜੋ ਕਰਨਗੇ ਸਾਨੂੰ ਮਨਜ਼ੂਰ ਹੋਊਗਾ। ਸਾਡੀ ਏਡੀ ਹੈਸੀਅਤ ਔਰ ਔਕਾਤ ਨਹੀਂ ਹੈਗੀ ਭਾਜੀ ਵੀ ਅਸੀਂ ਇਸ ਚੀਜ਼ ਨੂੰ ਇਹ ਕਹੀਏ ਵੀ ਅਸੀਂ ਨਹੀਂ ਤਾਂ ਬਗਾਵਤ ਕਰਾਂਗੇ। ਅਸੀਂ ਤਾਂ ਬੜੇ ਨੋਰਮਲ ਘਰੋਂ ਉੱਠੇ ਹੋਏ, ਜਿਨ੍ਹਾਂ ਨੇ ਹੌਲੀ ਹੌਲੀ ਕਰਕੇ ਆਪਣੇ ਸਫ਼ਰ ਤੈਅ ਕੀਤੇ ਆ, ਹੌਲੀ ਆਪਣੀ ਪੋਲੀਟੀਕਲ ਕੈਪੀਟਲ ਬਣਾਈ ਆ, ਪਾਰਟੀ ਦੇ ਸਿਰ ਦੇ ਉੱਤੇ ਬਣਾਈ ਆ। ਅਸੀਂ ਇਸ ਪਾਰਟੀ ਦੇ ਅਸਾਨਮੰਦ ਆ। ਸਾਡੇ ਅੰਦਰ ਏਡੀ ਹੈਸੀਅਤ ਨਹੀਂ ਵੀ ਅਸੀਂ ਕਹਿ ਦਈਏ ਵੀ ਅਸੀਂ ਆਜ਼ਾਦ ਲੜਾਂਗੇ। ਕਿਉਂ ਨਹੀਂ ਲੜਾਂਗੇ? ਇਸ ਕਰਕੇ ਨਹੀਂ ਵੀ ਸਾਡੇ ਅੰਦਰ ਦਮ ਨਹੀਂ, ਅਸੀਂ ਆਸਾਨ ਮੰਨਦੇ ਹਾਂ। ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਵੀ ਸਾਡਾ ਜੇ ਨਾਮ ਬਣ ਰਿਹਾ, ਜੇ ਨਾਮ ਕਿਤੇ ਹੈਗਾ ਵਾ, 4 ਜਣੇ ਜਾਣਦੇ ਆ, ਉਸ ਪਾਰਟੀ ਦੇ ਸਿਰ ਦੇ ਉੱਤੇ ਆ। ਅੱਜ ਮੈਂ MLA ਬਣ ਕੇ ਬਾਅਦ ਮੈਂ ਪਾਰਟੀ ਨੂੰ ਕਹਾਂ ਜਿਹਨੇ ਦਿੱਤਾ ਹੋਵੇ, ਇੱਕ ਵਾਰ ਮੈਨੂੰ ਕੁਝ ਨਾ ਮਿਲੇ, ਰਾਤੋਂ ਰਾਤ ਬੰਦੇ ਬਦਲ ਨਹੀਂ ਜਾਂਦੇ। ਔਰ ਇਹ ਸ਼ਾਇਦ ਇਸ ਕਰਕੇ ਆ ਕਿਉਂਕਿ ਅਸੀਂ ਇਸ ਆਮ ਘਰਾਂ 'ਚੋਂ ਉੱਠੇ ਹੋਏ ਬੰਦਿਆਂ ਦੀ ਅੱਜ ਵੀ ਵੈਲਿਊਜ਼ ਇੰਟੈਕਟ ਆ। ਅੱਜ ਵੀ ਕਿਤੇ ਨਾ ਕਿਤੇ ਠੀਕ ਆ, ਹਰੇਕ ਦੀ ਵੈਲਿਊ ਸਿਸਟਮ ਹੁੰਦਾ, ਹਰੇਕ ਦੇ ਸੰਸਕਾਰ ਹੁੰਦੇ ਆ, ਹਰੇਕ ਨੂੰ ਕੁਛ ਨਾ ਕੁਛ ਕਿਹਾ ਜਾਂਦਾ ਵਾ। ਸੋ ਇਸ ਕਰਕੇ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਅਸੀਂ ਭਾਂਡਾ ਸਾਡੇ ਸਿਰ ਕਿਉਂ ਫੁੱਟੂਗਾ, ਉਹ ਉਹਨਾਂ ਦੀ ਸੋਚ ਆ, ਇਹ ਸਾਡੀ ਸੋਚ ਆ। ਉਹ ਸੋਚ ਦੇ ਵਿੱਚ ਮੇਰੇ ਹਿਸਾਬ ਨਾਲ ਵਿਚਾਰਾਂ ਦਾ ਵਖਰੇਵਾਂ ਵਾ। ਉਹ ਤਾਂ ਪਾਰਟੀ ਵੇਖੇ ਵੀ ਸਾਡਾ ਚਲੋ ਤੁਸੀਂ ਇਹ ਕਹਿੰਦੇ ਹੋ ਵੀ ਉੱਥੇ ਉਹਨੂੰ ਟਿਕਟ ਨਾ ਮਿਲੇ, ਤੁਸੀਂ ਇਹ ਚਾਹੁੰਦੇ ਹੋ ਕਿ ਪੰਜਾਬ 'ਚੋਂ ਕਿਤੋਂ ਵੀ ਟਿਕਟ ਮਿਲ ਜਾਵੇ ਸਿੱਧੂ ਮੂਸੇਵਾਲੇ ਨੂੰ? ਭਾਜੀ ਇਹ ਸਾਰੀ ਇੰਟਰਵਿਊ ਉਹਦੇ ਤੇ ਬੇਸ ਨਾ ਰੱਖਿਓ। ਇਹ ਕਾਫੀ ਸਵਾਲ ਹੈ, ਫਿਰ ਅੱਗੇ ਚੱਲਦਾ। ਕੋਈ ਵੀ ਏਡਾ ਵੱਡਾ ਵਿਅਕਤੀ ਨਹੀਂ ਹੁੰਦਾ ਵੀ ਆਪਾਂ ਉਹਨੂੰ ਵੀ ਲੈ ਦੇ ਕੇ ਆਪਾਂ ਡਿਸਕਸ ਕਰੀ ਚਲੀਏ। ਮੈਂ ਵੀ ਏਡਾ ਵੱਡਾ ਨਹੀਂ, ਕੋਈ ਲੀਡਰ ਵੀ ਏਡਾ ਵੱਡਾ ਨਹੀਂ, ਠੀਕ ਆ। ਜਿੱਥੇ ਉਹਨਾਂ ਦੀ ਗੱਲ ਆ, ਜ਼ਰੂਰ ਉਹਨਾਂ ਦੇ ਨਾਮ ਦੇ ਉੱਤੇ ਲੋਕੀ ਉਹਨਾਂ ਨੂੰ ਦੇਖਣਾ ਸੁਣਨਾ ਜ਼ਰੂਰ ਚਾਹੁੰਦੇ ਹੋਣਗੇ, ਲੇਕਿਨ ਉਹ ਸਾਡਾ ਮੁੱਦਾ ਉਹ ਨਹੀਂ ਹੈਗਾ। ਉਹ ਬੰਦਾ ਸਾਡੇ ਵਾਸਤੇ ਉਹ ਮੈਟਰ ਨਹੀਂ ਕਰ ਰਿਹਾ ਵੀ ਉਹ ਬੰਦਾ ਕੀ ਹੈ। ਸਾਡੇ ਵਾਸਤੇ ਸਾਡਾ ਜ਼ਿਲ੍ਹਾ ਪ੍ਰਧਾਨ ਆ, ਮੇਰੇ ਵਾਸਤੇ ਉਹ ਸਭ ਤੋਂ ਵੱਡਾ ਵਾ। ਮੇਰੇ ਵਾਸਤੇ ਉਹਦੀ ਸਟਰਗਲ ਬਹੁਤ ਵੱਡੀ ਆ। ਮੇਰੇ ਵਾਸਤੇ ਮੇਰਾ ਹੀਰੋ ਜਿਹੜਾ ਵਾ ਉਹ ਇੱਕ ਮਿਹਨਤੀ ਸੰਘਰਸ਼ ਨੌਜਵਾਨ ਆ।
ਉਹ ਬੰਦਾ ਜਿਹਨੇ ਮੁਸ਼ਕਲਾਂ ਨਾਲ ਆਪਣੀ ਜ਼ਿੰਦਗੀ ਬਣਾਈ ਹੋਵੇ, ਮੇਰੇ ਵਾਸਤੇ ਮੇਰਾ ਉਹ ਹੀਰੋ ਹਮੇਸ਼ਾ ਹੀ ਉਹ ਆ। ਅੱਛਾ, ਬਿੰਦਰ ਢਿੱਲੋਂ ਮੰਨਦੇ ਨੇ ਕਿ ਹਲਕਾ ਰੋਪੜ ਤੋਂ ਉਹਨਾਂ ਦੀ ਟਿਕਟ ਜਿਹੜੀ ਉਹ ਪੱਕੀ ਹੋਣੀ ਚਾਹੀਦੀ ਹੈ, ਮੰਗ ਕਰਦੇ ਨੇ ਟਿਕਟ ਦੀ? ਟਿਕਟ ਤਾਂ ਇੱਥੇ ਕਿਸੇ ਦੀ ਵੀ ਪੱਕੀ ਨਹੀਂ ਹੁੰਦੀ। ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀਸ਼ਿਪ ਪੱਕੀ ਸੀ, ਪਤਾ ਸੀ ਉਹਨਾਂ ਨੂੰ ਵੀ, ਮੈਂ ਸੋਚਿਆ ਸੀ ਉਹਨਾਂ ਨੇ ਵੀ ਮੈਨੂੰ, ਇਹ ਪਾਰਟੀ ਦੇ ਫੈਸਲੇ ਹੁੰਦੇ ਆ, ਪਾਰਟੀ ਨੇ ਵੇਖਣਾ ਵਾ। ਕੀ ਤੁਸੀਂ ਮੰਗ ਕਰਦੇ ਹੋ? ਨਹੀਂ, ਮੈਂ ਤਾਂ ਰੋਪੜ ਪੂਰਾ ਠੋਕ ਕੇ ਮੰਗਦਾ। ਮੈਂ ਤਾਂ ਆਪਣੀ ਟਿਕਟ ਤਾਂ ਮੰਗਦਾ, ਆਪਣੀ ਮੰਗੀ ਨਹੀਂ ਜਾਂਦੀ ਉਸ ਤਰੀਕੇ ਨਾਲ, ਲੇਕਿਨ ਪਾਰਟੀ ਨੇ ਵੇਖਣਾ। ਇਹਦੇ ਵਿੱਚ ਮੈਂ ਥੋੜਾ ਫੈਸਲਾ ਕਰਨਾ ਵੀ ਮੈਂ ਕਹਾਂ ਵੀ ਮੈਂ ਬਹੁਤ, ਪਾਰਟੀ ਨੂੰ ਲੱਗਦਾ ਵੀ ਅਸੀਂ ਕਾਬਲ ਹਾਂ ਤੇ ਸਾਨੂੰ ਦੇ ਦੇ, ਪਾਰਟੀ ਨੂੰ ਲੱਗਦਾ ਹੋਊਗਾ ਕੋਈ ਹੋਰ ਕਾਬਲ ਆ ਤੇ ਉਹਨੂੰ ਦੇ ਦੇ। ਅੱਛਾ ਢਿੱਲੋਂ ਸਾਹਿਬ, ਇੱਕ ਹੋਰ ਸਵਾਲ ਹੈ ਕਿ ਇੱਕ ਤੁਹਾਡੀ ਹੋਰ ਬੜੀ ਕਲਿੱਪ ਵਾਇਰਲ ਹੁੰਦੀ ਪਈ, ਤੁਸੀਂ ਮੋਦੀ ਸਾਹਿਬ ਨੂੰ ਕਹਿ ਰਹੇ ਹੋ ਮੋਦੀ ਤੇਰੀ ਐਸੀ ਕਿ ਤੈਸੀ। ਉਹ ਭਾਜੀ ਇਹ ਜੋਸ਼ ਸਟੇਜ ਤੋਂ ਚੜ੍ਹ ਕੇ ਨਾ ਬੋਲਿਆ, ਬੜੇ ਜੋਸ਼ ਨਾਲ ਬੋਲੇ ਗਏ ਨੇ ਸ਼ਬਦ, ਇਹ ਵਾਲੇ ਬਹੁਤ ਹੀ ਜੋਸ਼ ਨਾਲ ਬੋਲੇ ਗਏ ਨੇ। ਇਹ ਨਾ ਜਿਹੜੀ ਵੀਡੀਓ ਆ, ਮੋਦੀ ਤੇਰੀ ਐਸੀ ਦੀ ਤੈਸੀ, ਤੂੰ ਪੰਜਾਬ 'ਚ ਰੈਲੀ ਕਰਕੇ ਵਿਖਾ, ਇਹ 6 ਮਹੀਨੇ ਪਹਿਲਾਂ ਬੋਲਿਆ ਸੀ ਮੈਂ। ਉਹ ਵੀਡੀਓ ਹੁਣ ਵਾਇਰਲ ਹੋ ਰਿਹਾ। ਉਹ ਪਿਛਲੀ ਸਰਦੀਆਂ ਦੀ ਵੀਡੀਓ ਆ। ਉਹ ਅਸੀਂ ਦਿੱਲੀ ਧਰਨਾ ਲਾਇਆ ਸੀ, ਬਹੁਤ ਵੱਡਾ ਧਰਨਾ ਲੱਗਾ ਸੀ। ਮੈਂ ਇਹ ਕਹਿੰਦਾ ਵੀ ਲੋਕਾਂ ਨੂੰ ਲੱਗਦਾ ਵੀ ਕਈ ਚੀਜ਼ਾਂ ਮਿਸ ਹੋ ਜਾਂਦੀਆਂ ਮੇਨ ਫਰੇਮ 'ਚੋਂ। ਬਹੁਤ ਵੱਡਾ ਧਰਨਾ ਲਾਇਆ ਸੀ, ਹਜ਼ਾਰਾਂ ਦੀ ਗਿਣਤੀ 'ਚ ਹਿੰਦੁਸਤਾਨ ਤੋਂ ਨੌਜਵਾਨ ਇਕੱਠੇ ਹੋਏ ਸੀ ਸੰਸਦ ਘਿਰਾਓ ਵਾਸਤੇ। ਉੱਥੇ ਰੈਲੀ ਦੇ ਵਿੱਚ ਪੰਜਾਬ ਦੀ ਬੜੀ ਵੱਡੀ ਸ਼ਮੂਲੀਅਤ ਸੀ, ਔਰ ਉੱਥੇ ਜਿਹੜੇ ਉਹਨਾਂ ਦੇ ਜਜ਼ਬਾਤਾਂ 'ਚ ਉਸ ਸਮੇਂ ਸੈਂਟੀਮੈਂਟ ਮੋਦੀ ਦੇ ਖਿਲਾਫ ਬਹੁਤ ਜ਼ਿਆਦਾ ਸੀ। ਉਸ ਸਮੇਂ ਉਹ ਫਿਰ ਉਹ ਨਿਕਲੇ ਸੀ ਮੋਦੀ ਤੇਰੀ ਐਸੀ ਦੀ ਤੈਸੀ, ਉਹ ਅੰਦਰੋਂ ਨਿਕਲੀ ਸੀ ਆਵਾਜ਼। ਐਸੀ ਦੀ ਤੈਸੀ ਦਾ ਇਹ ਮਤਲਬ ਨਹੀਂ ਸੀ ਵੀ ਅਸੀਂ ਉਹਦੇ ਹੰਕਾਰ ਨੂੰ ਚੈਲੰਜ ਕਰ ਰਹੇ ਸੀ। ਉਹਦਾ ਜਿਹੜਾ ਹੰਕਾਰ ਸੀ ਨਾ, ਉਹਨੂੰ ਚੈਲੰਜ ਸੀ ਵੀ ਤੇਰੇ ਹੰਕਾਰ ਦੀ ਐਸੀ ਦੀ ਤੈਸੀ, ਤੇਰੇ ਵੱਡੇ ਘੈਂਟਪਣੇ ਦੀ ਐਸੀ ਦੀ ਤੈਸੀ, ਜਿਹੜਾ ਤੂੰ ਆਪਣੇ ਆਪ ਨੂੰ ਫੰਨੇ ਖਾ ਸਮਝਦਾ, ਉਹਦੀ ਐਸੀ ਦੀ ਤੈਸੀ। ਉਹ ਕਿਸੇ ਇੱਕ ਵਿਅਕਤੀ ਦੇ ਉੱਤੇ ਟਿੱਪਣੀ ਨਹੀਂ ਸੀ। ਉਹਦੀ ਜਿਹੜੀ ਉਹ ਇਸ ਟਾਈਮ ਬਣਿਆ ਫਿਰਦਾ ਸੀ ਵੀ ਮੇਰੇ ਤੋਂ ਉੱਪਰ ਕੁਛ ਨਹੀਂ ਆ। ਸੋ ਉਹ ਪੰਜਾਬ ਦੀ, ਉਹ ਤੁਸੀਂ ਆਪਣੇ ਪੰਜਾਬ ਦੇ ਕਿਸੇ ਆਪਣਾ ਮਾੜੇ ਜੱਟ ਨੂੰ ਵੀ ਤੁਸੀਂ ਕਹਿ ਲਓ ਵੀ ਜਿਹੜਾ ਮਤਲਬ ਮੰਨ ਲਓ ਮਾੜੇ ਦਾ ਮਤਲਬ ਇਹ ਆ ਵੀ ਜਿਹੜਾ ਫਾਈਨੈਂਸ਼ੀਅਲੀ ਨਾ ਤਕੜਾ ਹੋਵੇ ਜਾਂ ਜਿਹਦੇ ਕੋਲ ਸਾਧਨ ਨਾ ਹੋਵੇ, ਲੈ ਉਹਨੂੰ ਦਬਾ ਕੇ ਵਿਖਾ ਦੇ, ਉਹ ਕੋਈ ਗੱਲ ਨਹੀਂ। ਉਹ ਵੀ ਉਹ ਇੱਕ ਮਾੜੇ ਪੰਜਾਬ ਦੇ ਕਿਸੇ ਪੰਜਾਬੀ ਨੂੰ ਛੇੜ ਕੇ ਵੇਖ ਲਓ, ਉਹਦੇ ਮਨ 'ਚ ਵੀ ਇਹੀ ਹਮੇਸ਼ਾ ਨਿਕਲਦਾ ਨਾ ਵੀ ਕੋਈ ਗੱਲ ਨਹੀਂ, ਤੂੰ ਵੱਡਾ ਸ਼ਾਹੂਕਾਰ, ਤੇਰੀ ਐਸੀ ਦੀ ਤੈਸੀ। ਸੋ ਇਹ ਪੰਜਾਬੀਆਂ ਦੀ ਨੇਚਰ ਆ, ਫੀਲਿੰਗ ਆ, ਜਿਹੜੀ ਉੱਭਰ ਕੇ ਕਈ ਵਾਰ ਸਟੇਜ ਦੇ ਉੱਤੇ ਆ ਜਾਂਦੀ। ਅੱਛਾ, ਪਿਛਲੇ 2 ਦਿਨ ਦੀ ਗੱਲ ਕਰੀ, ਹੁਣ 5 ਤਰੀਕ ਨੂੰ ਮੋਦੀ ਸਾਹਿਬ ਇੱਥੇ ਆਏ, ਤੁਸੀਂ ਸਾਰੀ ਚੀਜ਼ਾਂ ਦੇਖੀਆਂ ਹੋਣੀਆਂ ਮੀਡੀਆ ਦੇ ਉੱਤੇ। ਆਪਾਂ ਅੱਜ ਦੀ ਗੱਲ ਦੇ ਉੱਤੇ ਆਉਂਦੇ ਆ। ਜੇ ਸਿਕਰ ਵਾਪਸ ਚਲੇ ਗਏ, ਹੁਣ ਕਹਿਣ ਲੱਗ ਪਏ ਕਿ ਸੀਐਮ ਚੰਨੀ ਸਾਹਿਬ ਨੂੰ ਕਹਿ ਕੇ ਚੱਲੇ ਆ। ਮੋਦੀ ਸਾਹਿਬ ਦੇ ਖੁਦ ਇਹ ਸ਼ਬਦ ਨੇ ਜੋ ਇਸ ਸਮੇਂ ਮੀਡੀਆ ਵਿੱਚ ਘੁੰਮਦੇ ਪਏ ਨੇ ਵੀ ਧੰਨਵਾਦ ਕਰਦਾ ਮੈਂ ਜਿਉਂਦਾ ਇੱਥੋਂ ਬਚ ਗਿਆ। ਹੁਣ ਇਹ ਸ਼ਬਦ ਕਿਵੇਂ ਦੇਖਦੇ ਹੋ? ਇਸ ਤੋਂ ਮਾੜੀ ਸ਼ਬਦਾਵਲੀ ਪੰਜਾਬ ਵਾਸਤੇ ਕਿਸੇ ਨੇ ਨਹੀਂ ਵਰਤੀ। ਇਹ ਪੰਜਾਬ ਗੁਰੂ ਪੀਰਾਂ ਦੀ ਧਰਤੀ, ਜਾਂਬਾਜ਼ਾਂ ਦੀ ਧਰਤੀ, ਸ਼ੂਰਵੀਰਾਂ ਦੀ ਧਰਤੀ, ਜਿੱਥੇ ਕਸ਼ਮੀਰੀ ਪੰਡਤਾਂ ਨੂੰ ਵੀ ਸਾਡੇ ਗੁਰੂਆਂ ਨੇ ਸ਼ੈਲਟਰ ਦਿੱਤੀ ਸੀ, ਜਿੱਥੇ ਵੱਖਰੇ ਵੱਖਰੇ ਰਾਜਿਆਂ ਦੇ ਜਦੋਂ ਘੇਰਾ ਪੈਂਦਾ ਸੀ ਤੇ ਇੱਥੇ ਨੌਜਵਾਨ ਜਿਹੜੇ ਆ ਕੇ, ਨੌਜਵਾਨ ਛੱਡ ਕੇ, ਮੈਂ ਇਹ ਕਹੂੰਗਾ ਵੀ ਕੋਈ ਵੀ ਬੰਦਾ ਹੁੰਦਾ ਸੀਗਾ, ਉਹ ਨੌਜਵਾਨ ਖੜੇ ਹੋ ਜਾਂਦੇ ਸੀ ਵੀ ਨਹੀਂ, ਇਹ ਕਿਸੇ ਮਤਲਬ ਗਰੀਬ ਬੇਸਹਾਰਾ ਲੋਕ ਆ, ਇਹਨਾਂ ਨੂੰ ਅਸੀਂ ਕੁਝ ਨਹੀਂ ਹੋਣ ਦੇਵਾਂਗੇ। ਮੋਦੀ ਸਾਹਿਬ ਤਾਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ, ਔਰ ਪ੍ਰਧਾਨ ਮੰਤਰੀ ਸਾਡੇ ਸਾਰਿਆਂ ਦਾ ਮਾਣ ਆ। ਆਂਚ ਵੀ ਨਾ ਆਉਂਦੀ ਉਹਨਾਂ ਨੂੰ ਇੱਥੇ, ਅਗਰ ਉਹਨਾਂ ਤੇ ਕੋਈ ਇਹੋ ਜਿਹੀ ਗੱਲ ਹੁੰਦੀ। ਲੋਕੀ ਆਪਣਾ ਮਤਲਬ ਮੁੱਖ ਮੰਤਰੀ ਦਾ ਬਿਆਨ ਬੜਾ, ਅਗਰ ਤੁਸੀਂ ਉਸ ਸੰਦਰਭ 'ਚ ਵੇਖੋ, ਕਹਿੰਦਾ ਮੇਰੀ ਛਾਤੀ ਤੇ ਗੋਲੀ ਵੱਜਦੀ ਪ੍ਰਧਾਨ ਮੰਤਰੀ ਦੇ ਆਂਚ ਆਉਣ ਤੋਂ ਪਹਿਲਾਂ। ਇਹ ਭਾਵਨਾ ਵਾ ਆਪਣੇ ਪੰਜਾਬੀਆਂ ਦੀ, ਇਸ ਭਾਵਨਾ ਨੂੰ ਤੁਸੀਂ ਖੜੇਦ ਕੇ ਚਲੇ ਗਏ। ਤੁਸੀਂ ਕਹਿਤਾ ਵੀ ਪੰਜਾਬ 'ਚ ਕਾਤਲ ਤੁਰੇ ਫਿਰਦੇ ਆ, ਤੁਹਾਡਾ ਕਹਿਣ ਦਾ ਮਤਲਬ ਹੈ ਪੰਜਾਬ 'ਚ ਕੀ ਅੱਤਵਾਦੀ ਤੁਰੇ ਫਿਰਦੇ। ਇਹਨਾਂ ਦਾ ਇਹ ਕਹਿਣ ਦਾ ਮਤਲਬ ਆ ਵੀ ਮੈਨੂੰ ਉੱਥੇ ਚੱਪੇ ਤੇ ਕੋਈ ਖਤਰਾ ਸੀ। ਮੋਦੀ ਸਾਹਿਬ, ਤੁਸੀਂ ਬਿਨਾਂ ਸਿਕਿਉਰਿਟੀ ਤੇ ਵੀ ਆਓ ਤਾਂ ਵੀ ਪੰਜਾਬ ਵਾਲੇ ਲੋਕ ਤੁਹਾਨੂੰ ਚੇਨ ਬਣਾ ਕੇ ਪ੍ਰੋਟੈਕਟ ਕਰਨਗੇ, ਤੁਹਾਡੇ ਤੇ ਆਂਚ ਵੀ ਨਹੀਂ ਆਊਗੀ, ਕਿਉਂਕਿ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋ। ਇੱਥੇ ਤਾਂ ਜਿਹੜੇ ਬੰਦਿਆਂ ਨੇ ਮਤਲਬ ਮੈਂ ਇਹ ਕਹੂੰਗਾ ਵੀ ਸਰਕਾਰਾਂ ਦੇ ਉਲਟ ਜਾ ਕੇ ਭਾਵੇਂ ਕੋਈ ਜੇਲ੍ਹ ਵੀ ਕੱਟਦਾ ਹੋਵੇ, ਉਹਨਾਂ ਦੀ ਵੀ ਆਵਾਜ਼ ਬਣ ਕੇ ਲੋਕ ਖੜੇ ਹੋ ਜਾਂਦੇ। ਇੱਥੇ ਬੇਇਨਸਾਫੀ, ਇੱਥੇ ਨਜਾਇਜ਼ ਨਹੀਂ ਹੁੰਦੀ ਪੰਜਾਬ 'ਚ ਕਦੀ। ਇੱਥੇ ਕਿਸੇ ਨਿਹੱਤੇ ਦੇ ਉੱਤੇ ਕਦੀ ਵਾਰ ਨਹੀਂ ਹੁੰਦਾ। ਇੱਥੇ ਤਾਂ ਕਿਸੇ ਤਗੜੇ ਦੇ ਉੱਤੇ ਵੀ ਇਸ ਤਰੀਕੇ ਨਾਲ ਕਦੀ ਸੋਚ ਨਹੀਂ ਆ ਪੰਜਾਬ ਵਾਲਿਆਂ ਦੀ ਵੀ ਪ੍ਰਧਾਨ ਮੰਤਰੀ ਦੇ ਕਿਤੇ ਆਂਚ ਵੀ ਆ ਜਾਂਦੀ। ਉਹਨਾਂ ਨੇ ਪੰਜਾਬ ਦੀ ਸਾਈਕੀ ਨੂੰ ਹਿੱਟ ਕੀਤਾ, ਪੰਜਾਬ ਦੇ ਸਾਰੇ ਦੇਸ਼ ਵਿੱਚ ਉਹਨਾਂ ਨੇ ਬਦਨਾਮ ਕਰਤਾ ਵੀ ਮੈਨੂੰ ਉੱਥੇ ਖਤਰਾ ਸੀ, ਜਦ ਕਿ ਸਭ ਤੋਂ ਮਹਿਫੂਜ਼ ਸੀ ਇੱਥੇ ਉਹ, ਕਿਉਂਕਿ ਇੱਥੇ ਪੁਲਿਸ ਨਾ ਵੀ ਹੋਵੇ, ਲੋਕਾਂ ਨੇ ਉਹਨਾਂ ਦੀ ਪ੍ਰੋਟੈਕਸ਼ਨ ਬਣਨਾ ਸੀ। ਆਪਾਂ ਵੇਖਿਆ ਹੀ ਆ ਵੀ ਕਿਵੇਂ ਜਿਹੜੇ ਲੋਕ ਉਹਨਾਂ ਤੇ ਡਾਂਗਾ ਵਰਾਂਦੇ ਸੀ, ਉਹਨਾਂ ਨੂੰ ਕਿਵੇਂ ਲੰਗਰ ਛਕਾਇਆ ਜਾਂਦਾ ਪੁਲਿਸ ਵਾਲਿਆਂ ਨੂੰ, ਭਾਵੇਂ ਕਿਸੇ ਦਾ ਵੀ ਹੋਵੇ, ਉਹਨੂੰ ਆਪਣਾ ਕੀ ਕਹਿੰਦੇ
ਉਹਦੇ ਨਾਲ ਸਹਾਨੂਭੂਤੀ ਰੱਖੀ ਦੀ ਆ। ਪੰਜਾਬ ਤਾਂ ਇੱਕ ਮੇਰੇ ਹਿਸਾਬ ਨਾਲ ਨਿਉ ਕੇ ਰਹਿਣ ਵਾਲੇ ਲੋਕ ਆ। ਇੱਥੇ ਇਹ ਜਿਹੜੀ ਭਾਵਨਾ ਵਾ ਨਾ, ਇਹ ਗਲਤ ਪੇਂਟ ਕੀਤੀ ਔਰ ਇਹਦਾ ਉਹਨਾਂ ਨੂੰ ਖਮਿਆਜਾ ਭੁਗਤਣਾ ਪਊਗਾ। ਅੱਜ ਤੋਂ ਬਾਅਦ ਪੰਜਾਬ ਕਦੀ ਉਹਨਾਂ ਤੇ ਵਿਸ਼ਵਾਸ ਅੱਛਾ, ਚੋਣਾਂ ਦਾ ਮੌਸਮ ਹੈ, ਚੋਣਾਂ ਦੇ ਮੌਸਮ ਵਿੱਚ ਬੜੀ ਫੇਰ ਬਦਲੀ ਹੁੰਦੀ ਹੈ। ਕਈ ਸਿਆਸੀ ਲੀਡਰ ਛੱਡ ਕੇ ਚਲੇ ਜਾਂਦੇ ਨੇ, ਕਈਆਂ ਨੂੰ ਸੀਟ ਨਹੀਂ ਮਿਲਦੀ, ਕੋਈ ਕਹਿੰਦੇ ਵੀ ਮੇਰੀ ਪੁੱਛਗਿੱਛ ਨਹੀਂ ਹੈਗੀ। ਕਿ ਬਿੰਦਰ ਢਿੱਲੋਂ ਨੂੰ ਕਿਤੋਂ ਆਫਰ ਆਈ ਹੈ ਕਿਸੇ ਵੀ ਸਿਆਸੀ ਪਾਰਟੀ ਤੋਂ ਵੀ ਸਾਡੇ ਵਾਲੇ ਪਾਸੇ ਆ ਜਾਓ? ਇਹ ਅੱਜ ਕੱਲ੍ਹ ਸਵਾਲ ਪਤਾ ਨਹੀਂ ਮੈਨੂੰ, ਇੱਕ ਮੈਂ ਇੰਟਰਵਿਊ 'ਚ ਮਾੜਾ ਜਿਹਾ ਉਹ ਕਿਸੇ ਨੇ ਪੁੱਛਿਆ, ਮੈਂ ਉਹਨੂੰ ਕਹਿਤਾ, ਉਹ ਬਾਰ-ਬਾਰ ਮੈਂ ਉਹਨੂੰ ਕਿੰਨੀ ਵਾਰ ਕਲੈਰੀਫਾਈ ਕਰਾਂ, ਆਫਰ ਆਉਣੀਆਂ ਨਹੀਂ ਆਉਣੀਆਂ ਉਹ ਮੈਟਰ ਨਹੀਂ ਕਰਦਾ ਭਾਜੀ। ਮੈਂ ਨਹੀਂ ਕਿਤੇ ਵੀ ਜਾਣ ਲੱਗਾ, ਮੈਨੂੰ ਕੁਝ ਨਾ ਮਿਲੇ ਮੈਂ ਤਾਂ ਵੀ ਨਹੀਂ ਜਾਣ ਲੱਗਾ। ਪਤਾ ਨਹੀਂ ਲੱਗਦਾ ਨਾ, ਕਹਿੰਦੇ ਕਾਂਗਰਸ ਵਿੱਚ ਕੋਈ ਦੋ ਐਮਐਲਏ ਸਵੇਰੇ ਕਿੱਦਾਂ ਨੂੰ ਸਾਰੀ ਬਰਾਦਰੀ ਕਰਕੇ ਨਾ ਸਾਨੂੰ ਉਸ ਬਰਾਦਰੀ 'ਚ ਨਾ ਵੇਖਿਆ ਜਾਵੇ। ਕਾਂਗਰਸ 'ਚ ਕੋਈ ਚਲਾ ਗਿਆ, ਕੋਈ ਨਹੀਂ ਚਲਾ ਗਿਆ, ਰੱਬ ਸੁੱਖ ਰੱਖੇ ਮਿਲ ਜੇ, ਕਿਤੇ ਐ ਨਾ ਹੋਵੇ ਵੀ ਇਹੋ ਜਿਹੀ 19 ਹੋਵੇ। ਲੇਕਿਨ ਅਗਰ ਹੋਊਗੀ ਵੀ ਤੁਹਾਨੂੰ ਪਤਾ ਚੱਲ ਜੂਗਾ ਭਾਜੀ। ਆਪਣੇ ਸਾਡੇ ਕਿਰਦਾਰ ਇਹੋ ਜਿਹੇ ਨਹੀਂ ਹੈ। ਸਾਡੇ ਛੱਡ ਕੇ ਨਹੀਂ ਜਾਣ ਵਾਲੇ ਕਾਂਗਰਸ, ਛੱਡ ਕੇ ਕਿਉਂ ਮਤਲਬ ਇਹ ਮੈਂ ਕੋਈ ਕਾਂਗਰਸ 'ਚ ਐਮਐਲਏ ਬਣਨ ਖਾਤਰ ਥੋੜਾ ਹੈਗਾ ਇਕੱਲਾ। ਮੇਰੇ ਕਿਹੜਾ ਪਿਓ ਦਾਦੇ ਐਮਐਲਏ ਬਣਦੇ ਆ ਰਹੇ ਸੀ, ਮੇਰੀ ਕਿਹੜਾ ਰੋਜੀ ਰੋਟੀ ਆਏ। ਮੈਂ ਤਾਂ ਠੀਕ ਆ, ਪਾਰਟੀ 'ਚ ਆਪਣਾ ਕੰਮ ਕਰਨਾ ਸਾਡਾ ਫਰਜ਼ ਆ। ਪਾਰਟੀ 'ਚ ਅਗਰ ਕੰਮ ਕਰਦੇ ਰਵਾਂਗੇ, ਪਾਰਟੀ ਨੇ ਰੈਕੋਗਨੀਸ਼ਨ ਦੇਣੀ ਆ। ਅਗਰ ਤਾਂ ਪਾਰਟੀ ਰੈਕੋਗਨਾਈਜ਼ ਕਰਦੀ ਰਹੂਗੀ, ਆਪਣੇ ਆਪ ਜਿੱਥੇ ਜਿੱਥੇ ਲੋੜ ਹੋਊਗੀ ਉੱਥੇ ਫਿੱਟ ਕਰਦੀ ਰਹੂਗੀ, ਉਹਨਾਂ ਨੂੰ ਲੱਗੂਗਾ ਵੀ ਅਸੀਂ ਇਸ ਚੀਜ਼ ਦੇ ਕਾਬਲ ਆ ਔਰ ਅੱਗੇ ਮਤਲਬ ਇਸ ਚੀਜ਼ ਨੂੰ ਵਧਾ ਸਕਦੇ ਆ, ਤੇ ਫਿਰ ਜ਼ਰੂਰ ਪਾਰਟੀ ਕਰੂਗੀ। ਮੈਂ ਫਿਰ ਉਹੀ ਕਹਿੰਦਾ, ਮੈਨੂੰ ਵਿਸ਼ਵਾਸ ਆ, ਮੇਰੇ ਲੀਡਰਾਂ ਤੇ ਵਿਸ਼ਵਾਸ ਆ, ਮਿਹਨਤ ਕੀਤੀ ਆ, ਲੋਕਾਂ ਦੇ ਸੈਂਟੀਮੈਂਟ ਆ, ਲੋਕਾਂ ਦਾ ਇੱਕ ਭਾਵਨਾ ਹੁੰਦੀ ਆ, ਉਸ ਸੈਂਟੀਮੈਂਟ ਨੂੰ ਕਦਰ ਕਰਨਾ ਮੇਰਾ ਫਰਜ਼ ਬਣਦਾ ਵਾ। ਔਰ ਉਹਦੇ ਵਾਸਤੇ ਪਾਰਟੀ ਆ ਲੋਕ ਆ, ਦੋ ਹੀ ਚੀਜ਼ਾਂ ਵਾ ਨਾ, ਪਾਰਟੀ ਔਰ ਲੋਕਾਂ ਦਾ ਫੈਸਲਾ ਹੁੰਦਾ ਵਾ ਹਮੇਸ਼ਾ। ਇਹ ਮੇਰਾ ਜਦੋਂ ਰਾਜਨੀਤੀ ਚਾਹੁੰਦੇ ਹੋ ਫਿਰ ਤੁਹਾਡੇ ਫੈਸਲੇ ਨਹੀਂ ਰਹਿ ਜਾਂਦੇ, ਠੀਕ ਆ, ਕਿਤੇ ਅਸੂਲ ਜ਼ਰੂਰ ਹੁੰਦੇ ਆ, ਲੇਕਿਨ ਅਲਟੀਮੇਟਲੀ ਜਿਹੜਾ ਫੈਸਲਾ ਵਾ ਉਹ ਪਾਰਟੀ ਔਰ ਲੋਕ ਫੈਸਲਾ ਕਰਦੇ ਆ ਤੁਹਾਡੀ ਜ਼ਿੰਦਗੀ ਦਾ। ਇਹ ਪੋਲੀਟਿਕਸ ਇੱਕ ਇਹੋ ਜਿਹੀ ਫੀਲਡ ਹੈ, ਜਿਵੇਂ ਮੀਡੀਆ 'ਚ ਤੁਹਾਨੂੰ ਪਤਾ, ਤੁਸੀਂ ਕੈਮਰਾ ਇੱਥੇ ਫੋਕਸ ਕਰ ਲਿਆ, ਤੁਸੀਂ ਆਹ ਕਰ ਲਿਆ, ਤੁਹਾਡੀ ਮਰਜ਼ੀ ਆ ਕਰਨਾ ਨਹੀਂ ਕਰਨਾ। ਪੋਲੀਟਿਕਸ ਦੇ ਵਿੱਚ ਜਾਂ ਤਾਂ ਪਾਰਟੀ ਤੁਹਾਨੂੰ ਡਿਸਾਈਡ ਕਰਦੀ ਆ ਜਾਂ ਲੋਕ ਡਿਸਾਈਡ ਕਰਦੇ ਆ। ਇਹਦੇ ਅੰਦਰ ਤੁਹਾਡਾ ਰਿਪੋਰਟ ਕਾਰਡ ਇਹ ਦੋ ਬੰਦੇ ਬਣਾ ਕੇ ਦਿੰਦੇ ਆ। ਸੋ ਇਹਨਾਂ ਦੋਵਾਂ ਦੇ ਉੱਤੇ ਜੋ ਵੀ ਫੈਸਲਾ ਹੋਊਗਾ ਮਨਜ਼ੂਰ ਹੋਊਗਾ। ਅੱਛਾ, ਹੋਰ ਥੋੜਾ ਪਿੱਛੇ ਜਾਣਾ, ਕਾਲਜ ਲਾਈਫ ਦੀ ਗੱਲ ਕਰੀਏ ਜਾਂ ਮੈਂ ਗਲਤ ਨਾ ਹੋਵਾਂ, 2016 ਦੇ ਵਿੱਚ ਖਟਕੜ ਕਲਾਂ ਤੋਂ ਲੈ ਕੇ ਤੁਸੀਂ 에ਅਰਪੋਰਟ ਤੱਕ ਰੈਲੀ ਕੀਤੀ ਸੀ, ਪੈਦਲ ਯਾਤਰਾ ਕੀਤੀ ਸੀ। ਕਿਹਾ ਗਿਆ ਵੀ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ 에ਅਰਪੋਰਟ ਦਾ ਨਾਮ ਰੱਖਿਆ ਜਾਵੇ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਵਿੱਚ ਸਰਕਾਰ ਸੀ। ਆਪਣੀ ਸਰਕਾਰ ਵਿੱਚ ਤੁਸੀਂ ਕਿੰਨੀ ਕੁ ਵਾਰੀ ਕਿਹਾ? ਬੜੀ ਵਾਰ ਕਿਹਾ, ਫਿਰ ਹੋਇਆ ਉਹ ਵੀ ਗਿਆ ਨਾ, ਕਿਉਂਕਿ ਇਹ ਜਿਹੜਾ ਵਾ ਯੂਨੀਅਨ ਗਵਰਨਮੈਂਟ ਦਾ ਫੈਸਲਾ ਵਾ, ਹਰਿਆਣਾ ਗਵਰਨਮੈਂਟ ਦਾ ਵੀ ਹਿੱਸਾ ਵਾ। ਹਰਿਆਣਾ ਗਵਰਨਮੈਂਟ, ਅੱਛਾ ਮੇਰੇ ਕੋਲ ਅੱਜ ਵੀ ਤੁਹਾਨੂੰ ਮਗਰ ਮੈਂ ਕਲਿੱਪ ਦਿਖਾ ਦਵਾਂ, ਮੈਂ ਉੱਥੇ ਅਸੀਂ ਯਾਤਰਾ ਕੀਤੀ, ਮਨੋਹਰ ਲਾਲ ਖੱਟਰ ਅਗਲੇ ਦਿਨ ਹੀ ਸ਼ਤਾਬਦੀ ਜਾ ਰਹੇ ਸੀ। ਉਹਨਾਂ ਨੂੰ ਨਹੀਂ ਪਤਾ ਸੀ, ਉਹਨਾਂ ਨੂੰ ਕਿਉਂ ਪਤਾ ਹੋਊਗਾ, ਮੁੱਖ ਮੰਤਰੀ ਸੀ, ਇਕੱਲੇ ਜਾ ਰਹੇ ਸੀ ਸ਼ਤਾਬਦੀ 'ਚ। ਮੈਂ ਉਹਨਾਂ ਨੂੰ ਜਾ ਕੇ ਮੈਂ ਕਿਹਾ, ਮਨੋਹਰ ਸਤਿ ਸ਼੍ਰੀ ਅਕਾਲ ਸਰ, ਮੈਂ ਉਹਨਾਂ ਨੂੰ ਗੱਲ ਕੀਤੀ, ਮੈਂ ਸਰ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ 에ਅਰਪੋਰਟ? ਕਹਿੰਦਾ ਨਹੀਂ ਮੇਰੇ ਕੋਲ ਕੋਈ ਇਤਰਾਜ਼ ਨਹੀਂ। ਮੈਂ ਸਰ ਵੀਡੀਓ ਤੇ ਬੋਲੋਗੇ? ਉਹਨਾਂ ਨੇ ਵੀਡੀਓ ਤੇ ਵੀ ਬੋਲਤਾ। ਉਹ ਮੈਂ ਵੀਡੀਓ ਵੀ ਬਣਾਈ ਉਦੋਂ, ਮੈਨੂੰ ਯਾਦ ਆ, ਪਰ ਲੇਕਿਨ ਉਹ ਕੀ ਆ ਵੀ ਮੂੰਹ ਤੇ ਸਾਰੇ ਕਹਿ ਦਿੰਦੇ ਆ, ਕਾਗਜ਼ਾਂ ਦੇ ਵਿੱਚ ਫਿਰ ਉੱਥੋਂ ਦੀ ਉੱਥੇ ਗੱਲ ਰਹਿ ਜਾਂਦੀ ਆ। ਸੋ ਜਦੋਂ ਤੱਕ ਉਹ ਕਾਗਜ਼ਾਂ 'ਚ ਗੱਲ ਨਹੀਂ ਚੱਲਦੀ, ਸਾਡੇ ਵੱਲੋਂ ਸਰਕਾਰ ਵੱਲੋਂ ਲਿਖ ਕੇ ਵੀ ਦੇ ਦਿੱਤਾ ਗਿਆ, ਪਾਰਲੀਮੈਂਟ ਦੇ ਵਿੱਚ ਵੀ ਮੁੱਦਾ ਚੱਕ ਲਿਆ, ਉਹਦੇ ਬਾਵਜੂਦ ਵੀ ਅਗਰ ਸੈਂਟਰ ਸਰਕਾਰ ਨੇ ਇਹ ਕੰਮ ਕਰਨਾ ਵਾ ਨਹੀਂ ਕਰ ਰਹੀ, ਤੇ ਫਿਰ ਹੁਣ ਸਾਡੇ ਕੋਲ ਤਾਂ ਇੱਕ ਇਹੀ ਹੱਥਕੰਡਾ ਵਾ ਵੀ ਹੁਣ ਇਸ ਤੋਂ ਅੱਗੇ ਤਾਂ ਫਿਰ ਦੁਬਾਰਾ ਧਰਨਾ ਤੇ ਦੁਬਾਰਾ ਰੋਸ ਮੁਜ਼ਾਹਰਾ ਤੇ ਦੁਬਾਰਾ ਆਪਣਾ ਕੀ ਕਹਿੰਦੇ, ਜਾਂ ਆਪ ਜਾ ਕੇ ਕਿਸ ਦਿਨ ਅਸੀਂ ਉੱਥੇ ਬੋਰਡ ਬਦਲ ਦਈਏ। ਅਖੀਰਲਾ ਤਾਂ ਸਾਡੇ ਕੋਲ ਇਹੀ ਹਥਿਆਰ ਨਹੀਂ। 6 ਸਾਲ ਤੋਂ ਬਿੰਦਰ ਢਿੱਲੋਂ ਨੇ ਧਰਨਾ ਨਹੀਂ ਦਿੱਤਾ ਨਾ, ਨਾਮ ਬਦਲਿਆ ਨਹੀਂ ਗਿਆ, ਉਦੋਂ ਕਿਹਦੇ ਖਿਲਾਫ ਧਰਨਾ ਸੀ? ਉਦੋਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਸੀ ਨਾ। ਹੁਣ ਪੰਜਾਬ ਸਰਕਾਰ ਨੇ ਲਿਖ ਕੇ ਦੇਤਾ, ਹੁਣ ਮੈਂ ਪੰਜਾਬ ਸਰਕਾਰ ਤੋਂ ਕੀ ਧਰਨਾ ਲਵਾਵਾਂ? ਹੁਣ ਤਾਂ ਦਿੱਲੀ ਧਰਨਾ ਰਹਿ ਜਾਂਦਾ, ਠੀਕ ਹੈ ਨਾ। ਔਰ ਮੈਂ ਫਿਰ ਉਹੀ ਕਹਿੰਦਾ ਵੀ ਉਹਦੇ ਵਾਸਤੇ ਇਹਨਾਂ ਨੇ ਪ੍ਰਪੋਜ਼ਲ ਵੀ ਦੇ ਦਿੱਤੀ, ਕਾਗਜ਼ਾਂ 'ਚ ਰੋੜੀ ਜਾਂਦੀ ਆ, ਜਦੋਂ ਸਾਰੇ ਇਨ ਪ੍ਰਿੰਸੀਪਲ ਐਗਰੀ ਕਰਦੇ ਆ। ਹੁਣ ਮੈਂ ਕਿਤੇ ਇਕੱਲਾ ਕੈਮਰੇ ਕਰਕੇ ਧਰਨੇ ਲਾਈ ਜਾਵਾਂ, ਉਹ ਵੀ ਠੀਕ ਨਹੀਂ ਨਾ। ਜਦੋਂ ਇਨ ਪ੍ਰਿੰਸੀਪਲ ਉਹ ਵੀ ਐਗਰੀ ਕਰ ਰਹੇ ਆ, ਹਰਿਆਣਾ ਗਵਰਨਮੈਂਟ ਵੀ ਐਗਰੀ ਕਰ ਰਹੀ ਆ, ਤੇ ਫਿਰ ਮੇਰੇ ਹਿਸਾਬ ਨਾਲ ਹੋ ਜਾਣਾ ਚਾਹੀਦਾ। ਤੁਹਾਡਾ ਇੱਕ ਇੰਟਰਵਿਊ ਹੋਇਆ ਸੀ, ਥੱਲੇ ਕਮੈਂਟ ਆ ਰਹੇ ਸੀ, ਇੱਕ ਸਵਾਲ ਕਰਨਾ ਮੈਂ, ਹੁਣ ਤੁਸੀਂ ਲੇਟ ਹੋ ਗਏ ਆਉਣ ਤੋਂ ਪਹਿਲਾਂ, ਮੈਂ ਉਹ ਦੇਖਦਿਆ ਸੀ ਥੱਲੇ ਇੱਕ ਸ਼ਖਸ ਪੁੱਛ ਰਿਹਾ ਸੀ ਵੀ ਬਿੰਦਰ ਢਿੱਲੋਂ ਨੇ ਵੀ ਪੁੱਛਣਾ ਚਾਹੀਦਾ ਕਿ ਜੇ ਪ੍ਰਧਾਨ ਬਣਨਾ ਹੋਵੇ ਕਿਸੇ ਵੀ ਪਾਰਟੀ ਦਾ, ਪਹਿਲਾਂ ਸਿਰ 'ਚ ਡਾਂਗਾ ਖਾਣੀਆਂ ਪੈਂਦੀਆਂ ਨੇ। ਨਹੀਂ ਉਹਦਾ ਫਿਰ ਮੈਂ ਉਹੀ ਕਹਿੰਦਾ ਨਾ ਵੀ ਜਿਹੜੇ ਮਤਲਬ ਕਈ IT ਸੈੱਲ ਦੇ ਲੋਕ ਹੋਣਗੇ ਜਾਂ ਹੋਸ਼ੇ ਲੋਕ ਹੋਣਗੇ, ਉਹ ਇਹੋ ਜਿਹੀ ਗੱਲ ਕਰਦੇ ਆ। ਉਹ ਇੱਕ ਇੰਟਰਵਿਊ ਦੀ ਗੱਲ ਸੀਗੀ, ਉਹ 'ਚ ਉਹਨੇ ਮੈਨੂੰ ਪੁੱਛਿਆ ਵੀ ਕੋਈ ਆਪਣੀ ਜ਼ਿੰਦਗੀ ਦਾ ਇਨਸੀਡੈਂਟ ਦੱਸੋ ਐਂ ਕਰਕੇ, ਤੇ ਮੈਂ ਉਹਨੂੰ ਕਿਹਾ ਵੀ ਹਾਂ ਯੂਨੀਵਰਸਿਟੀ 'ਚ ਇੱਕ ਲੜਾਈ ਹੋਈ ਤੇ ਮੇਰੇ 24 ਟਾਂਕੇ ਲੱਗੇ ਸੀ, ਤੇ ਉਹ ਅੱਗੇ ਉਹਨਾਂ ਨੇ ਹੈਡਿੰਗ ਦੇ ਦਿੱਤੀ ਵੀ 24 ਟਾਂਕੇ ਲੱਗੇ ਤੇ ਉਸ ਤੋਂ ਬਾਅਦ ਮਿਲੀ ਪ੍ਰਧਾਨਗੀ। ਉਹ ਸਵਾਲ ਲੋਕੀ ਪੁੱਛਣ ਲੱਗ ਪਏ, ਉਹ ਉਹਨਾਂ ਨੇ ਬਿਨਾਂ ਸੋਚੇ ਸਮਝੇ ਪੜਤਾਲ ਕੀਤੇ ਵੀ ਕੀ ਬੋਲਿਆ। ਉਹ ਮਤਲਬ ਹੋਸ਼ੇ ਕਈ ਹੁੰਦੇ ਆ ਬਸ ਵੀ ਉਹ ਬਸ ਉਦੋਂ ਹੀ ਚੱਲ ਪੈਂਦੇ ਆ, ਫਿਰ ਉਹਨੂੰ ਹੀ ਆਪਣਾ ਕਈ ਆਪਣੇ ਆਪ ਨੂੰ ਬਹੁਤ ਇੰਟੈਲੀਜੈਂਟ ਔਰ ਸਮਝਦਾ ਵੀ ਅਸੀਂ ਬਹੁਤ ਵਿਦਵਾਨ ਆ। ਉਹ ਬਿਨਾਂ ਵੀ ਤੁਸੀਂ ਉਹ ਚੀਜ਼ ਨੂੰ ਪੂਰਾ ਤਾਂ ਵੇਖ ਲਓ। ਉਦੋਂ ਵੀ ਮੈਂ ਪ੍ਰਧਾਨ ਸੀ, ਉਦੋਂ ਮੈਂ ਯੂਨੀਵਰਸਿਟੀ ਦਾ ਪ੍ਰਧਾਨ ਸੀ, ਉਦੋਂ ਮੈਂ ਆਪਣੀ ਪਾਰਟੀ ਦਾ ਪ੍ਰਧਾਨ ਸੀ,
ਮੌਜੂਦਾ ਪ੍ਰਧਾਨ ਸੀ ਜਦੋਂ ਸਿਰ 'ਚ ਟਾਂਕੇ ਲੱਗੇ, ਡਾਂਗਾ ਪਈਆਂ ਸੀਗੀਆਂ। ਔਰ ਉਸ ਤੋਂ ਬਾਅਦ ਮੈਂ ਮੇਰੇ ਹਿਸਾਬ ਨਾਲ ਇਹ ਇਨਸੀਡੈਂਟ ਹੋਣਾ 2009 ਦਾ ਇਨਸੀਡੈਂਟ ਆ। ਉਹ ਮੈਂ ਪ੍ਰਧਾਨ ਬਣਿਆ ਪੰਜਾਬ ਦਾ 2019 'ਚ। ਉਹ 10 ਸਾਲਾਂ ਦਾ ਸਫ਼ਰ ਵੀ ਉਹਨੂੰ ਕਹੋ, ਜਿਹੜਾ ਬੰਦਾ ਬੋਲਦਾ ਵਾ ਉਹਨੂੰ ਕਹਾਂ ਆ ਕਿਸੇ ਦਿਨ ਬਹਿ, ਸਾਨੂੰ ਕੋਈ ਹਰਜ ਨਹੀਂ ਆ ਕੇ ਸੁਣ ਸਮਝ, ਫਿਰ ਪਤਾ ਚੱਲਦਾ ਵੀ ਪ੍ਰਧਾਨਗੀਆਂ ਕਿਵੇਂ ਮਿਲਦੀਆਂ ਹੁੰਦੀਆਂ। ਇਹ ਪ੍ਰਧਾਨਗੀਆਂ ਕਿਸਮਤ ਦਾ ਬਹੁਤ ਵੱਡਾ ਰੋਲ ਹੁੰਦਾ, ਮਿਹਨਤ ਦਾ ਬਹੁਤ ਵੱਡਾ ਰੋਲ ਹੁੰਦਾ, ਲਗਨ ਦਾ ਬਹੁਤ ਵੱਡਾ ਰੋਲ ਹੁੰਦਾ, ਔਰ ਕਿਤੇ ਨਾ ਕਿਤੇ ਕੋਈ ਚੰਗੇ ਬੰਦੇ ਅੱਗੇ ਮਿਲ ਜਾਣ, ਉਹਨਾਂ ਦਾ ਬੜਾ ਵੱਡਾ ਰੋਲ ਹੁੰਦਾ। ਬੜੇ ਫੈਕਟਰ, ਕਈ ਮੇਰੇ ਤੋਂ ਵੱਧ ਮਿਹਨਤ ਕੀਤੀ ਕਈਆਂ ਨੇ ਮੇਰੇ ਤੋਂ ਵੱਧ ਸ਼ਾਇਦ ਘਸਾਈ ਹੋਈ ਹੋਵੇ, ਉਹਨਾਂ ਨੂੰ ਨਹੀਂ ਮਿਲ ਸਕਿਆ, ਉਹਨਾਂ ਨੂੰ ਸ਼ਾਇਦ ਅੱਗੇ ਚੱਲ ਕੇ ਹੋਰ ਜ਼ਿਆਦਾ ਮਿਲੂਗਾ। ਸੋ ਇਹ ਅਹੁਦੇ ਜਿਹੜੇ ਆ ਟੈਂਪਰਰੀ ਆ, ਅੱਜ ਹੈ ਕੱਲ ਨਹੀਂ ਹੈ। ਅੱਜ ਫੇਮ ਵੀ ਟੈਂਪਰਰੀ ਹੁੰਦਾ, ਅੱਜ ਹੈ ਕੱਲ ਨੂੰ ਨਹੀਂ ਹੈ। ਕੱਲ ਨੂੰ ਇੱਕ ਇਨਸੀਡੈਂਟ ਹੋ ਜਾਏ, ਬੰਦਾ ਐ ਥੱਲੇ ਜਾਂਦਾ। ਸੋ ਬੰਦੇ ਨੂੰ ਆਪਣੇ ਪੈਰ ਜ਼ਮੀਨ ਤੇ ਰੱਖੇ। ਇਹ ਪੋਲੀਟੀਸ਼ੀਅਨ ਰਹਿ ਕੀ ਜਾਂਦਾ? ਤੁਸੀਂ ਕਿੰਨਾ ਫੇਮ ਵੀ ਨਹੀਂ ਹੈਗਾ, ਸ਼ੋਹਰਤ ਵੀ ਨਹੀਂ ਹੈਗੀ, ਇਹ ਪੋਲੀਟੀਸ਼ੀਅਨ ਬਣ ਗਏ ਹੋ, ਜੇ ਸਭ ਕੁਝ ਨਾ ਰਿਹਾ ਫਿਰ ਰਹੂਗਾ ਕੀ ਤੁਹਾਡੇ ਨਾਲ? ਨਹੀਂ, ਫੇਮ ਨਹੀਂ ਹੁੰਦਾ ਪੋਲੀਟਿਕਸ ਵਿੱਚ। ਅਗਰ ਜਿਹਨੂੰ ਲੱਗਦਾ ਨਾ ਵੀ ਫੇਮ ਆ, ਉਹਦੀ ਗਲਤਫਹਿਮੀ ਆ। ਪੋਲੀਟਿਕਸ ਤਾਂ ਆਪਣਾ ਕੀ ਕਹਿੰਦੇ, ਕਿਸੇ ਪੋਲੀਟਿਕਸ ਬੜਾ ਮਤਲਬ ਲਬਲਾ ਦਾ ਨਾਮ, ਫੇਮ, ਆਪਣਾ ਤਾਮ ਝਾਮ, ਇਹ ਨਹੀਂ ਹੈਗੀ ਪੋਲੀਟਿਕਸ। ਇਹ ਅਗਰ ਤੁਸੀਂ ਇਸ ਉਮੀਦ ਨਾਲ ਆਓਗੇ, ਇਹ ਜਾਣੀ ਆ। ਫਿਰ ਜਦੋਂ ਜਾਂਦੀ ਆ ਫਿਰ ਬੜੀ ਤਕਲੀਫ ਹੁੰਦੀ ਆ। ਸੋ ਪਹਿਲਾਂ ਹੀ ਆਪਣੇ ਆਪ ਨੂੰ ਉਵੇਂ ਰੱਖੋ ਵੀ ਅੱਜ ਮੰਨ ਲਓ ਅਹੁਦਾ ਹੈਗਾ, ਕੱਲ੍ਹ ਨੂੰ ਇਹ ਅਹੁਦਾ ਕਿਸੇ ਹੋਰ ਕੋਲ ਜਾਣਾ, ਕੱਲ੍ਹ ਨੂੰ ਮੈਂ MLA ਹੈਗਾ, ਕੱਲ੍ਹ ਨੂੰ ਇੱਥੇ ਕਿਸੇ ਹੋਰ ਨੇ ਆਉਣਾ। ਕਦੀ ਕੋਈ ਪਰਮਾਨੈਂਟ ਨਹੀਂ ਰਿਹਾ ਰਾਜਨੀਤੀ 'ਚ, ਕੋਈ ਜਿੱਡਾ ਮਰਜ਼ੀ ਵੱਡਾ ਲੀਡਰ ਹੋਵੇ। ਔਰ ਜਦੋਂ ਫਿਰ ਜਾਂਦਾ ਉਹਨੂੰ ਤਕਲੀਫ ਬੜੀ ਹੁੰਦੀ ਆ ਵੀ ਹੁਣ ਮੈਂ ਆਪਣਾ ਕਹਿੰਦਾ। ਇਸ ਕਰਕੇ ਪਹਿਲਾਂ ਉਮੀਦ ਨਾ ਰੱਖੋ, ਇਹ ਸੋਚੋ ਵੀ ਇਹ ਟੈਂਪਰਰੀ ਪੋਸਟਾਂ ਵਾ, ਇਹਦੇ ਵਿੱਚ ਮੈਂ ਜਿੰਨਾ ਭਲਾ ਕਿਸੇ ਦਾ ਕਰਦਾ। ਲੋਕ ਰਹਿ ਜਾਂਦੇ ਨਾਲ, ਜਦੋਂ ਮਾੜਾ ਸਮਾਂ ਆਉਂਦਾ ਨਾ, ਜਿਹਦਾ ਤੁਸੀਂ ਭਲਾ ਕੀਤਾ ਹੁੰਦਾ ਉਹ ਨਾਲ ਤੁਹਾਡੇ ਰਹਿ ਜਾਂਦਾ। ਔਰ ਉਦੋਂ ਅੱਜ ਜਦੋਂ ਤਾਮ ਝਾਮ ਹੁੰਦਾ, ਉਦੋਂ ਬੜੇ ਆਉਂਦੇ ਆ, ਆਏ ਰਾਮ ਗਏ ਰਾਮ, ਕਈ ਆਉਂਦੇ ਆ, ਕਈ ਫਾਇਦੇ ਵੀ ਲੈ ਜਾਂਦੇ। ਲੇਕਿਨ ਤੁਹਾਨੂੰ ਪਰਖ ਹੋਣੀ ਚਾਹੀਦੀ ਆ ਉਦੋਂ, ਉਹਦਾ ਮਦਦ ਕਰੋ ਜਿਹੜਾ ਵਾਕਈ ਲੋੜਵੰਦ ਹੋਵੇ, ਜਿਹੜਾ ਵਾਕਈ ਗਰੀਬ ਹੋਵੇ। ਕਿਉਂਕਿ ਅਸਲ ਵਿੱਚ ਉਹੀ ਗਰੀਬ ਲੋੜਵੰਦ ਨੇ ਹੀ ਤੁਹਾਨੂੰ ਆਸ਼ੀਰਵਾਦ ਦੇਣਾ, ਤੁਹਾਡੇ ਨਾਲ ਖੜਨਾ, ਔਰ ਤੁਹਾਡੇ ਕੋਲ ਆਉਣਾ ਵੀ ਨਹੀਂ। ਲੇਕਿਨ ਕਈ ਜਦੋਂ ਸਰਕਾਰਾਂ ਆਉਂਦੀਆਂ, ਜਦੋਂ ਪਾਰਟੀਆਂ ਆਉਂਦੀਆਂ, ਉਦੋਂ ਆਪਣਾ ਕੀ ਕਹਿੰਦੇ, ਬੜੇ ਲੋਕ ਇੱਕਦਮ ਆ ਜਾਂਦੇ ਆ, ਬਾਅਦ 'ਚ ਉਹੀ ਘਰ ਸੁੰਨੇ ਹੋ ਜਾਂਦੇ ਆ। ਉਦੋਂ ਫਿਰ ਬੰਦਾ ਬੈਠਾ ਪੱਖੇ ਦੇ ਪਰ ਗਿੰਦਾ ਹੁੰਦਾ। ਕਈ ਵਾਰ ਮੈਂ ਵੇਖਿਆ ਕਈ ਲੀਡਰ ਹੈਗੇ ਆ, ਜਦੋਂ ਸਰਕਾਰ 'ਚ ਹੁੰਦੇ ਆ ਉਦੋਂ ਉਹਨਾਂ ਨੂੰ ਰੱਬ ਭੁੱਲ ਜਾਂਦਾ, ਅਤੇ ਜਦੋਂ ਆਪੋਜੀਸ਼ਨ ਜਾਂਦੇ ਆ ਫਿਰ ਲੱਭਦੇ ਹੁੰਦੇ, ਬਾਜਾਂ ਮਾਰਦੇ ਹੁੰਦੇ। ਸੋ ਅਸੀਂ ਤਾਂ ਇਹ ਚੀਜ਼ਾਂ ਤੋਂ ਰੱਬ ਉਮੀਦ ਰੱਖੇ, ਸੁੱਖ ਰੱਖੇ, ਅਸੀਂ ਜਿਹੜੇ ਪੈਰ ਆ ਜ਼ਮੀਨ 'ਤੇ ਰੱਖੀਏ। ਔਰ ਇਹ ਚੀਜ਼ਾਂ ਨੂੰ ਇਸ ਸੋਚ ਨਾਲ ਚੱਲੇ ਹੋਏ ਆ ਵੀ ਇਹ ਅਹੁਦੇ ਮੈਟਰ ਨਹੀਂ ਕਰਦੇ, ਰਾਜਨੀਤੀ ਵੀ ਮੈਟਰ ਨਹੀਂ ਕਰਦੀ। ਅੱਛਾ, ਵਿਜੇ ਢਿੱਲੋਂ ਨੂੰ ਕਿਹੜਾ ਲੀਡਰ ਸਾਰਿਆਂ ਨਾਲੋਂ ਵਧੀਆ ਲੱਗਦਾ ਕਾਂਗਰਸ ਪਾਰਟੀ ਨੂੰ ਛੱਡ ਕੇ, ਬਾਕੀ ਹੋਰ ਸਿਆਸੀ ਪਾਰਟੀਆਂ 'ਚੋਂ ਸਾਰਿਆਂ ਨਾਲੋਂ ਵਧੀਆ ਲੀਡਰ? ਦੇਖੋ, ਕਈ ਲੀਡਰਾਂ ਨੂੰ ਮੈਂ ਪੜ੍ਹਿਆ, ਤੁਸੀਂ ਫੋਰਨ ਤੋਂ ਸ਼ੁਰੂ ਕਰ ਲਓ। ਨਹੀਂ, ਪੰਜਾਬ ਦੀ ਗੱਲ ਕਰ ਰਿਹਾ। ਪੰਜਾਬ 'ਚ ਕਦੀ ਸੋਚਿਆ ਨਹੀਂ ਭਾਜੀ ਲੀਡਰ ਵਧੀਆ ਕੌਣ ਲੱਗਦਾ। ਤੁਹਾਡਾ ਆਈਡਲ ਕੌਣ ਹੈ ਜੀ, ਤੁਹਾਡੀ ਆਪ ਦੀ ਗੱਲ ਕਰਨੀ ਹੋਵੇ? ਮੈਂ ਆਈਡੀਅਲ ਕਦੀ ਕਿਸੇ ਨੂੰ ਨਹੀਂ ਮੰਨਿਆ ਜੀ। ਮੈਨੂੰ ਆਈਡੀਅਲਿਜ਼ਮ ਵਾਲਾ, ਕਿਉਂਕਿ ਆਈਡੀਅਲ ਸ਼ਬਦ ਦਾ ਮਤਲਬ ਮੈਨੂੰ ਕਦੀ ਮਾਇਨਾ ਸਮਝ ਨਹੀਂ ਆ। ਕਿਸੇ 'ਚ ਕੁਛ ਚੰਗਾ ਲੱਗਦਾ, ਸਿੱਖੀ ਹੋਣੀ ਕਿਸੇ ਕੋਲ ਰਾਜਨੀਤੀ ਕਿ ਹਰੇਕ 'ਚੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਜਿਹੜਾ ਮੇਰਾ ਵਿਰੋਧੀ ਆ, ਮੈਂ ਉਹ 'ਚੋਂ ਵੀ ਸਿੱਖਣ ਨੂੰ ਕੁਛ ਨਾ ਕੁਛ ਦੇਖਦਾ। ਹਰੇਕ 'ਚੋਂ ਕੁਛ ਨਾ ਕੁਛ ਥੋੜ੍ਹਾ ਤੁਹਾਨੂੰ ਸਿੱਖਣ ਨੂੰ ਮਿਲਦਾ ਵਾ। ਤੁਸੀਂ ਅਗਰ ਕਹੋਗੇ ਵੀ ਕਿਸੇ 'ਚ ਕੁਛ ਗੁਣ ਨੇ, ਕਿਸੇ 'ਚ ਗੁਣ ਆ, ਕਿਸੇ 'ਚ ਔਗਣ ਆ, ਕਿਸੇ 'ਚ ਗੁਣ ਭਾਰੀ ਆ, ਔਗਣ ਘੱਟ ਆ, ਕਿਸੇ 'ਚ ਔਗਣ ਜ਼ਿਆਦਾ ਵਾ, ਉਹਦੇ ਗੁਣ ਕੀ ਪਤਾ ਬਹੁਤ ਵਧੀਆ ਹੋਣ। ਸੋ ਮੈਨੂੰ ਕੋਈ ਪੋਲੀਟੀਸ਼ੀਅਨ ਐਸ ਸੱਚ, ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ, ਕਈ ਵਾਰ ਮੈਨੂੰ ਕੋਈ ਸਰਪੰਚ 'ਚ ਬਹੁਤ ਵਧੀਆ ਕੁਛ ਲੱਭ ਜਾਂਦਾ। ਇੱਕ ਸਰਪੰਚ ਨੇ ਜਿਹਨੇ ਆਪਣੇ ਪਿੰਡ ਦੀ ਨਿਖਾਰ ਬਦਲਤੀ, ਜਿਹਨੇ ਨੁਹਾਰ ਬਦਲਤੀ, ਉਹ ਤੋਂ ਵੱਡਾ ਹੀਰੋ ਕੋਈ ਨਹੀਂ। ਔਰ ਕਈ ਵਾਰ ਕਿਸੇ ਕੋਲ ਏਡੀਆਂ ਤਾਕਤਾਂ ਆ ਗਈਆਂ, ਤਾਮਝਾਮ ਆ ਗਈਆਂ, ਮੈਜੋਰਿਟੀਆਂ ਆ ਗਈਆਂ, ਔਰ ਉਹਨੇ ਕੱਖ ਨਹੀਂ ਕੀਤਾ, ਭਾਵੇਂ ਮੇਰਾ ਪਰਸਨਲ ਕਿਸੇ ਨਾਲ ਜੋ ਮਰਜ਼ੀ ਹੋਵੇ। ਲੇਕਿਨ ਇਹ ਬੰਦਾ ਪਾਵਰ ਨੂੰ ਯੂਜ਼ ਜਿਹੜਾ ਵਧੀਆ ਤਰੀਕੇ ਨਾਲ ਕਰਦਾ, ਉਹ ਵਧੀਆ ਲੱਗਦਾ। ਜਿਹੜਾ ਬੰਦੇ ਨੂੰ ਆਪਣੀ ਤਾਕਤ ਨੂੰ ਸੁਚੱਜੇ ਢੰਗ ਨਾਲ ਵਰਤਣਾ ਆ ਜੇ, ਉਹ ਬੰਦਾ ਵਧੀਆ। ਜਿਹੜਾ ਪਾਵਰ ਦੇ ਵਿੱਚ ਆ ਕੇ ਹੰਕਾਰ ਜੇ, ਉਹ ਬੰਦਾ ਮਾੜਾ। ਅੱਛਾ, ਨਵਜੋਤ ਸਿੱਧੂ ਨਾਲ ਮੁਲਾਕਾਤ ਹੁੰਦੀ ਹੈ? ਹਾਂਜੀ, ਹੋ ਜਾਂਦੀ। ਕਿੱਦਾਂ ਦੇਖਦੇ ਹੋ? ਮਿਲ ਜਾਂਦੀ ਸਟੇਜ ਤੇ ਜਾਂ ਵੈਸੇ ਮਿਲਦੇ ਹੋ ਪਰਸਨਲੀ, ਕਿੱਦਾਂ ਦੇਖਦੇ ਹੋ ਉਹਨਾਂ ਨੂੰ? ਮੈਂ ਜਦੋਂ ਵੀ ਉਹਨਾਂ ਨਾਲ ਮਿਲਦਾ ਵਾਂ, ਦੇਖੋ ਹਰੇਕ ਬੰਦੇ ਦੀ ਆਪਣੀ ਇੱਕ ਪਰਸਨੈਲਿਟੀ ਹੁੰਦੀ ਆ। ਮੈਂ ਬੜੀ ਵਾਰ ਇਹ ਕਿਹਾ, ਉਹ ਇੱਕ ਤੁਹਾਡੇ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਨਹੀਂ ਹੈਗੇ। ਉਹ ਹੁਣ ਬੇਸ਼ੱਕ ਬਣ ਜਾਣ ਹੌਲੀ ਹੌਲੀ ਕਾਂਗਰਸ ਪਾਰਟੀ 'ਚ ਆ ਕੇ, ਕਿਉਂਕਿ ਪੋਲੀਟਿਕਸ ਬੰਦੇ ਨੂੰ ਜ਼ਰੂਰ ਬਦਲ ਦਿੰਦੀ ਆ। ਲੇਕਿਨ ਅਗਰ ਉਹ ਆਪਣਾ ਕਰੈਕਟਰ ਰੱਖ ਗਏ, ਔਰ ਅਗਰ ਉਹ ਆਪਣਾ ਪਛਾਣ ਜਿਸ ਤਰੀਕੇ ਨਾਲ ਉਹ ਰੱਖ ਰਹੇ ਆ, ਉਹ ਰੱਖ ਜਾਣ, ਠੀਕ ਆ। ਕਈ ਵਾਰ ਉਹਨਾਂ ਨੂੰ ਮਿਸਇੰਟਰਪ੍ਰੇਟ ਹੋ ਜਾਂਦੇ ਆ, ਕਿਉਂਕਿ ਉਹ ਜਾਂਦੇ ਆ, ਫਿਰ ਉਹ 'ਚੋਂ ਤੁਸੀਂ ਕੋਈ ਗੱਲ ਕੱਢ ਲੈਂਦੇ ਹੋ। ਲੇਕਿਨ ਅਗਰ ਉਹ ਸ਼ਬਦਾਂ ਦਾ ਜਿਹੜਾ ਉਹਨਾਂ ਦਾ ਜਾਲ ਆ, ਉਹਨੂੰ ਚੰਗੀ ਤਰ੍ਹਾਂ ਬੁਣ ਲੈਣ,
ਤੇ ਜੋ ਗੱਲਾਂ ਕਹਿ ਰਹੇ ਆ ਉਹ ਪੰਜਾਬ ਦੇ ਵਾਸਤੇ ਇੰਪੋਰਟੈਂਟ ਆ। ਸ਼ਬਦਾਂ ਜਾਲ ਤਾਂ ਤੁਸੀਂ ਜਦੋਂ ਮਿਲਦੇ ਹੋਵੋਗੇ, ਜਦੋਂ ਬੋਲਦੇ ਹੋਣਗੇ, ਤੁਹਾਨੂੰ ਤੁਹਾਡੇ ਤੇ ਪਾਇਆ ਸ਼ਬਦਾਂ ਦਾ ਜਾਲ ਕਿ ਬਿੰਦਰ ਢਿੱਲੋਂ ਦੇ ਪਾਤਾ ਵੀ ਸ਼ਬਦਾਂ ਦਾ ਜਾਲ, ਬਾਅਦ ਚੋਂ ਪਤਾ ਲੱਗੇ ਵੀ ਉਹ ਕੁਝ ਕਹਿ ਕੇ ਮੈਂ ਕੁਝ ਹੋਰ ਸਮਝਿਆ? ਹਾਂ, ਹੋ ਜਾਂਦਾ ਕਈ ਵਾਰ ਉਹਨਾਂ ਨਾਲ। ਉਹਨਾਂ ਦਾ ਨਾ ਇੱਕ ਮਾਈਂਡ ਸੈੱਟ ਬਣਿਆ ਹੋਇਆ, ਇੱਕ ਮਤਲਬ ਉਹਨਾਂ ਦਾ ਮੈਨੂੰ ਐਂ ਲੱਗਦਾ ਕਿਉਂਕਿ ਇੰਨੇ ਸਾਲਾਂ ਤੋਂ ਪੰਜਾਬ ਦੀ ਗੱਲ ਕਰਦੇ ਕਰਦੇ ਉਹਨਾਂ ਨੂੰ ਸ਼ਾਇਦ ਹੋਰ ਚੀਜ਼ਾਂ ਇਨ ਹਾਈਂਡਸੈਟ ਨਹੀਂ ਵਿਖ ਰਹੀਆਂ। ਉਹਨਾਂ ਨੂੰ ਉਹ ਰਾਜਨੀਤੀ ਜਿਹੜੀ ਆ ਮਤਲਬ ਪੰਜਾਬ ਦਾ ਮਾਡਲ, ਪੰਜਾਬ ਦੀ ਗੱਲ ਉਹ ਕਰਦੇ ਆ, ਲੇਕਿਨ ਉਹਦੇ ਵਿੱਚ ਫਿਰ ਉਹਨੂੰ ਕੋਈ ਜਦੋਂ ਕੋਈ ਗੱਲ ਚੱਕਦੇ ਆ ਫਿਰ ਉਹਨੂੰ ਕੋਈ ਹੋਰ ਪਾਸੋਂ ਮਿਸ ਇੰਟਰਪ੍ਰੇਟ ਵੀ ਹੋ ਜਾਂਦੇ ਆ। ਲੇਕਿਨ ਮੈਂ ਫਿਰ ਇਹ ਤੁਹਾਨੂੰ ਕਹੂੰਗਾ ਵੀ ਦੇਖੋ, ਅੱਜ ਉਹ PCC ਪ੍ਰਧਾਨ, ਅੱਜ ਉਹ ਬਤੌਰ PCC ਪ੍ਰਧਾਨ ਉਹ ਕੰਪੇਨਰ ਬਹੁਤ ਜ਼ਬਰਦਸਤ ਆ। ਕੰਪੇਨ ਦੇ ਵਿੱਚ ਉਹਨਾਂ ਦੀ ਕੋਈ ਕਮੀ ਨਹੀਂ, ਬੋਲ ਸਕਦੇ ਆ, ਵਧੀਆ ਮਾਹੌਲ ਬਣਾ ਲੈਂਦੇ ਆ, ਔਰ ਐਜ਼ ਅ ਮੰਤਰੀ ਵੀ ਰਹੇ ਆ, ਉਦੋਂ ਵੀ ਉਹਨਾਂ ਨੇ ਬੜਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਉਹਨਾਂ 'ਚ ਵੀ ਬਹੁਤ ਚੰਗੀਆਂ ਗੱਲਾਂ ਵਾ ਜਿਹੜੀਆਂ ਚੀਜ਼ਾਂ ਨੂੰ ਸਾਨੂੰ ਦੇਖਣ ਨੂੰ ਮਿਲਦਾ। ਹੀ ਅਗਰ ਮੈਂ ਕਹਾਂ ਉਹਨਾਂ 'ਚ ਕੋਈ ਔਗਣ ਨਹੀਂ ਹੈਗਾ, ਔਗਣ ਵੀ ਹੈਗੇ ਆ, ਔਗਣ ਵੀ ਉਹਨਾਂ 'ਚ ਹੈਗੇ ਆ ਕਿਤੇ ਨਾ ਕਿਤੇ। ਮਤਲਬ ਉਹ ਮੈਨੂੰ ਇਹ ਲੱਗਦਾ ਵਾ ਵੀ ਕਈ ਥਾਵਾਂ ਦੇ ਉੱਤੇ ਇਹੋ ਜਿਹੀ ਗੱਲ ਕਰ ਜਾਂਦੇ ਆ ਜਿਹਦੇ ਨਾਲ ਬਦੋ ਬਦੀ ਆਪਣੇ ਦੁਸ਼ਮਣ ਬਣਾ ਲੈਂਦੇ ਆ, ਜਿਹਦੀ ਅਗਰ ਅਵੋਇਡ ਕੀਤੀ ਜਾ ਸਕਦੀ। ਅੱਛਾ, ਲੱਗਦਾ ਵੀ ਜਦੋਂ ਬੋਲ ਦਿੰਦੇ ਨੇ ਬਾਅਦ ਚ ਸੋਚਦੇ ਨੇ, ਕਿਉਂਕਿ ਕਹਿੰਦੇ ਪਹਿਲਾਂ ਸੋਚਣਾ ਚਾਹੀਦਾ ਫਿਰ ਬੋਲਣਾ ਚਾਹੀਦਾ। ਤਾਂ ਹੀ ਕਹਿ ਰਿਹਾ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਨਹੀਂ ਨਾ, ਪੋਲੀਟੀਸ਼ੀਅਨ ਤਾਂ ਨਾਪ ਤੋਲ ਕੇ ਬੋਲਦਾ, ਉਹ ਨਾਪ ਤੋਲ ਕੇ ਨਹੀਂ ਬੋਲਦਾ। ਉਹ ਕੱਲੀ ਗੱਲ ਦੇ ਅਰਥ ਜਿਹੜਾ ਵਾ ਬੰਦਾ ਸੋਚ ਕੇ ਬੋਲਦਾ ਵੀ ਮੈਂ ਆ ਬੋਲਣਾ, ਉਹ ਤਾਂ ਵੇਖਦੇ ਥੱਲੇ ਕਰਾਊਡ ਤੋਂ ਜਦੋਂ ਰਿਐਕਸ਼ਨ ਆਉਂਦਾ ਉਸ ਹਿਸਾਬ ਨਾਲ ਚੱਲ ਪੈਂਦੇ। ਵੀ ਜੋ ਆਦਾ ਬੋਲ, ਸਾਡੀ ਯੂਥ ਕਾਂਗਰਸ ਦਾ ਪ੍ਰੋਗਰਾਮ ਹੋ ਗਿਆ, ਆਪਣਾ ਕਾਂਗਰਸ ਭਵਨ ਦਾ ਇੱਥੇ ਪ੍ਰੋਗਰਾਮ ਸੀ 15 ਅਗਸਤ ਦਾ। ਅਸੀਂ ਉਹ ਕਹਿੰਦੇ ਆਣ, ਕਹਿੰਦੇ ਮੈਂ ਨਾ ਸਿਰਫ 15 ਮਿੰਟ ਬੋਲਣਾ, ਕਹਿੰਦੇ ਮੈਂ 15 ਮਿੰਟ ਤੋਂ ਬਾਅਦ ਅੱਜ ਮੈਂ ਆਜ਼ਾਦੀ ਤੇ ਗੱਲ ਕਰਨੀ, ਕਾਂਗਰਸ ਪਾਰਟੀ ਦੀ ਗੱਲ ਕਰਨੀ ਆ, ਔਰ ਆਪਾਂ ਨਾ ਅੱਜ ਉਹ ਨਹੀਂ ਬੋਲਣਾ। ਉਹ ਥੱਲੋਂ ਜਦੋਂ ਪਹੁੰਚੇ ਸਟੇਜ ਤੇ ਨੌਜਵਾਨਾਂ ਨੇ ਜੋਸ਼ ਚੱਕਤਾ, ਨੌਜਵਾਨਾਂ ਨੇ ਮਤਲਬ ਉਹ ਥੱਲੋਂ ਰੌਲਾ ਪਾਤਾ, ਬਾਦਲਾਂ ਦੇ ਉਲਟ ਬੋਲਿਆ, ਬਸ ਫਿਰ ਉਹ ਮੇਰੇ ਹਿਸਾਬ ਨਾਲ 53 ਮਿੰਟ ਬੋਲੇ। 15 ਤੋਂ 53 ਮਿੰਟ, 15 ਤੋਂ 53 ਹੋ ਗਏ। ਫਿਰ ਬਸ ਉਸ ਤੋਂ ਬਾਅਦ ਮਤਲਬ ਜੋ ਉਹਨਾਂ ਨੇ ਗੱਲ ਕੀਤੀ ਉਹ ਸਾਰੇ ਦੇ ਸਾਹਮਣੇ ਆ। ਮਤਲਬ ਮੈਂ ਉਹ ਕਹਿ ਰਿਹਾ ਵੀ ਉਹ ਲੋਕਾਂ ਦੇ ਸੈਂਟੀਮੈਂਟ ਨੂੰ, ਲੋਕਾਂ ਦੇ ਉਹਨੂੰ ਪ੍ਰਭਾਵਿਤ ਹੋ ਕੇ ਉਹ ਚੀਜ਼ ਨੂੰ ਲੋਕਾਂ ਦੇ ਮਤਲਬ ਉਹ ਚਾਹੁੰਦੇ ਆ ਵੀ ਜੋ ਲੋਕ ਬੋਲ ਰਹੇ ਆ ਮੈਂ ਉਹ ਗੱਲ ਬੋਲਾਂ, ਲੇਕਿਨ ਕਈ ਵਾਰ ਉਹਨਾਂ ਦਾ ਨਜਾਇਜ਼ ਫਾਇਦਾ ਲੈ ਜਾਂਦੇ ਲੋਕ, ਇਹੋ ਜਿਹੇ ਪੋਲੀਟੀਸ਼ੀਅਨ ਵੀ ਲੈ ਜਾਂਦੇ ਨੇ, ਉਹਨਾਂ ਦੇ ਪੋਲੀਟੀਸ਼ੀਅਨ ਨਜਾਇਜ਼ ਫਾਇਦਾ ਲੈ ਜਾਂਦੇ ਆ ਉਹਨਾਂ ਨੂੰ ਇਹ ਗੱਲਾਂ ਕਰਕੇ। ਕਿਉਂਕਿ ਮੈਂ ਫਿਰ ਉਹ ਕਹਿੰਦਾ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਨਹੀਂ ਹੈਗੇ, ਉਹ ਕਹਿੰਦੇ ਫੇਸ ਵੈਲਿਊ ਤੇ ਮੰਨ ਲੈਂਦੇ ਆ ਗੱਲ ਨੂੰ, ਵੀ ਇਹ ਮੈਨੂੰ ਗੱਲ ਕਹਿ ਰਿਹਾ, ਠੀਕ ਕਹਿ ਰਿਹਾ ਹੋਣਾ। ਬਾਅਦ ਵਿੱਚ ਫਿਰ ਕਈ ਵਾਰ ਉਹਨਾਂ ਨੂੰ ਮੇਰੇ ਖਿਆਲ ਸ਼ਾਇਦ ਰਿਅਲਾਈਜ਼ ਹੁੰਦਾ ਹੋਊਗਾ, ਸ਼ਾਇਦ ਪਾਰਟੀ ਦੇ ਭਲੇ ਲਈ ਆ ਅਗਰ ਉਹ ਇਹ ਚੀਜ਼ਾਂ ਨੂੰ ਸਮਝ ਜਾਣ ਛੇਤੀ ਤੋਂ ਛੇਤੀ। ਅੱਛਾ, ਮੈਂ ਇੱਕ ਆਖਰੀ ਸਵਾਲ ਹੈ ਕਿ ਤੁਸੀਂ ਉਹਨੇ ਕਿਹਾ ਵੀ ਤੁਸੀਂ ਵੀ ਟਿਕਟ ਤੁਹਾਨੂੰ ਮਿਲਣੀ ਚਾਹੀਦੀ ਹੈ, ਜੇ ਕੱਲ ਨੂੰ ਤੁਹਾਡੇ ਹਲਕੇ ਵਿੱਚ ਆ ਕੇ ਕੋਈ ਵਿਰੋਧ ਕਰੇ ਬਿੰਦਰ ਢਿੱਲੋਂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ, ਮੇਰਾ ਕਰ ਹੀ ਰਹੇ, ਮੇਰਾ ਵਾਧੂ ਹੋ ਰਿਹਾ ਵਿਰੋਧ। ਤੇ ਕਿੱਦਾਂ ਵਿਰੋਧ ਨੂੰ ਦੇਖ ਰਹੇ ਹੋ ਤੁਸੀਂ? ਹਲਕੇ ਮੂਸੇਵਾਲਾ ਦਾ ਵਿਰੋਧ ਕਰ ਸਕਦੇ ਹੋ, ਕੱਲ ਨੂੰ ਤੁਹਾਡਾ ਵੀ ਤਾਂ ਵਿਰੋਧ ਹੋ ਮੇਰਾ ਹੋ ਰਿਹਾ। ਹੋਰ ਦੋਨੋਂ ਚੀਜ਼ਾਂ ਨੂੰ ਕਿੱਦਾਂ ਦੇਖਦੇ ਹੋ? ਵਿਰੋਧ ਹੋਣ ਨੂੰ ਤੁਸੀਂ ਮਾੜਾ ਕਿਉਂ ਕਹਿੰਦੇ ਹੋ? ਵਿਰੋਧੀਆਂ ਤੋਂ ਵੀ ਬੰਦੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਵਿਰੋਧੀਆਂ ਅੱਛਾ, ਕਿਹੜੇ ਵਿਰੋਧੀ ਕੋਲ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ? ਕਿਸ ਦਾ ਨਾਮ ਲਓ, ਇੱਕ ਕਿਸੇ ਵੀ ਸਿਆਸੀ ਪਾਰਟੀ ਦੇ ਕੋਈ ਵਿਰੋਧੀ ਹੈ ਹੀ ਬਹੁਤ, ਨਹੀਂ ਕਿਸੇ ਨਾਮ ਲਾ ਕੇ ਬੋਲਦੇ ਸਿੱਖਣ ਨੂੰ ਮਿਲਿਆ? ਕਿਹਦਾ ਮੇਰਾ ਵਿਰੋਧੀ ਤੁਹਾਨੂੰ ਪਤਾ ਕੌਣ ਆ? ਕੋਈ ਤੁਸੀਂ ਨਾਮ ਦੱਸ ਦਿਓ, ਮੈਂ ਉਹ 'ਚ ਦੱਸ ਦੂੰਗਾ ਮੈਨੂੰ ਆ ਸਿੱਖਣ। ਨਹੀਂ, ਬਾਕੀ ਸਾਰੇ ਸਿਆਸੀ ਪਾਰਟੀਆਂ ਨੇ ਇੱਕ ਦੂਜੇ ਵਿਰੋਧੀ ਹੁੰਦੇ ਨੇ, ਤੁਸੀਂ ਕੋਈ ਵੀ ਤੁਸੀਂ ਵੀ ਦੱਸ ਦਿਓ, ਮੈਂ ਉਹਦਾ ਨਾਮ ਲੈ ਦੂੰਗਾ। ਮੈਂ ਕਿੱਦਾਂ ਦੱਸ ਕਿਉਂਕਿ ਤੁਸੀਂ ਉਸ ਬੰਦੇ ਚੋਂ ਫਲਾਣੇ ਚੋਂ ਕੀ ਸਿੱਖਣ ਨੂੰ ਮਿਲਿਆ ਮੈਂ ਤੁਹਾਨੂੰ ਦੱਸ ਦੂੰਗਾ। ਤੁਸੀਂ ਤੁਹਾਡੇ ਵਿਰੋਧੀ ਤੁਹਾਨੂੰ ਜ਼ਿਆਦਾ ਪਤਾ ਹੋਣੇ ਨੇ ਵੀ ਕਿਹਦੀ ਤੁਸੀਂ ਗੱਲ ਕੈਚ ਕੀਤੀ। ਕੀ ਪਤਾ ਮੈਂ ਵਿਰੋਧੀਆਂ ਦੇ ਨਾਮ ਨਾ ਲੈਣਾ ਚਾਹੁੰਦਾ ਹਾਂ, ਕੀ ਪਤਾ ਮੈਨੂੰ ਪਤਾ ਹੋਵੇ ਮੇਰੇ ਵਿਰੋਧੀ। ਚਲੋ ਸਿੱਖਿਆ ਕੀ ਦੱਸ ਦਿਓ। ਕਈਆਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਦਾ। ਚਲੋ ਉਹਨਾਂ ਦੱਸ ਦਿਓ ਜਿਹਨਾਂ ਕੰਮ ਜਿਵੇਂ ਕਈ ਮੈਨੂੰ ਜਿਹੜੇ ਠੋਕਦੇ ਆ ਉਹਨਾਂ ਦਾ ਮੈਨੂੰ ਠੋਕਣ ਦਾ ਤਰੀਕਾ ਵਧੀਆ ਲੱਗਦਾ ਵੀ ਬੰਦੇ ਨੂੰ ਘੇਰਾ ਕਿਵੇਂ ਪਾਉਂਦੇ। ਸੋ ਇਹ ਹਰੇਕ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਹਰੇਕ ਕ੍ਰਾਈਸਿਸ ਨੂੰ ਓਪਰਚੁਨਿਟੀ ਬਣਾਓ। ਕੋਈ ਵੀ ਤੁਹਾਡੀ ਜ਼ਿੰਦਗੀ 'ਚ ਕ੍ਰਾਈਸਿਸ ਆ, ਮਤਲਬ ਮੇਰੇ ਹਿਸਾਬ ਨਾਲ ਇੱਕ ਗੱਲ ਆ, ਮੈਂ ਇਹ ਕਹਿੰਦਾ ਵੀ ਚੜ੍ਹਦੀ ਕਲਾ 'ਚ ਹੋਣਾ ਚਾਹੀਦਾ ਬੰਦੇ ਨੂੰ ਢਹਿੰਦੀ ਕਲਾ 'ਚ ਨਹੀਂ ਹੋਣਾ ਚਾਹੀਦਾ। ਮਾੜੇ ਤੋਂ ਮਾੜਾ ਟਾਈਮ ਵੀ ਆਊਗਾ, ਅੱਗੇ ਵੀ ਆਊਗਾ, ਪਹਿਲਾਂ ਵੀ ਆਇਆ, ਅੱਗੇ ਵੀ ਰਿਹਾ। ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਰਹੋਗੇ ਨਾ। ਆਪਣੇ ਪੰਜਾਬੀਆਂ ਦਾ ਸਭ ਤੋਂ ਵਧੀਆ ਸ਼ਬਦ ਕੀ ਆ ਬਾਈ? ਕਿਵੇਂ ਆ? ਚੜ੍ਹਦੀ ਕਲਾ। ਫਿਰ ਚੜ੍ਹਦੀ ਕਲਾ ਹੋਣੀ ਚਾਹੀਦੀ ਬਾਈ ਜੀ। ਉਹਦੇ ਵਿੱਚ ਮਤਲਬ ਆਹ ਚੀਜ਼ਾਂ ਨੂੰ ਤੁਹਾਨੂੰ ਪਰ ਕਹਿਣੀਆਂ ਬਹੁਤ ਸੌਖੀਆਂ। ਕੱਲ ਨੂੰ ਮੰਨ ਲਓ ਮੇਰੇ ਨਾਲ 19-21 ਹੁੰਦੀ ਆ, ਕੋਈ ਹਲਕੇ 'ਚ ਹੋ ਜੇ, ਕਿਤੇ ਉੱਪਰ ਨੀਚੇ ਹੋ ਜਾ। ਹਾਰਿਆ ਸੀ ਮੈਂ, ਜਦੋਂ ਮੈਂ ਹਾਰਿਆ ਸੀ ਮੇਰਾ ਬਹੁਤ ਮਤਲਬ ਤੁਸੀਂ ਵੇਖੋਗੇ ਵੀ ਇੱਕ ਪੰਜਾਬ ਸਾਰੇ ਜਿੱਤ ਗਏ, ਤੁਸੀਂ ਹਾਰ ਜੋ ਤੇ ਬੜਾ ਇੱਕਦਮ ਹੁੰਦਾ। ਲੇਕਿਨ ਉਹਦੇ ਤੋਂ ਵੀ ਜਦੋਂ ਤੁਸੀਂ ਥੱਲੇ ਜਾਂਦੇ ਹੋ ਨਾ, ਉਹ 'ਚੋਂ ਤੁਸੀਂ ਉਭਰਨਾ ਕਿਵੇਂ ਆ? ਜ਼ਿੰਦਗੀ ਦੀ ਉਹ ਲੜਾਈ ਆ। ਉੱਪਰ ਨੀਚੇ ਤਾਂ ਬਾਈ ਜੀ ਜਾਈ ਜਾਣਾ ਨਾ।
ਕਿਸੇ ਨੇ ਉੱਪਰ ਜਾਣਾ, ਕਿਸੇ ਨੇ ਨੀਚੇ ਜਾਣਾ। ਜਦੋਂ ਤੁਸੀਂ ਨੀਚੇ ਹੋ ਉਦੋਂ ਤੁਸੀਂ ਕਿਵੇਂ ਉੱਠਦੇ ਹੋ ਔਰ ਕਿਵੇਂ ਲੜਦੇ ਹੋ, ਕਿਵੇਂ ਭਿੜਦੇ ਹੋ, ਉਹ ਤੁਹਾਡੀ ਜ਼ਿੰਦਗੀ ਦਾ ਅਸਲ ਸੱਚ ਆ। ਅੱਛਾ, ਇੱਕ ਆਖਰੀ ਕਮੈਂਟ ਚਾਹਾਂਗੇ, ਜਦੋਂ ਤੁਸੀਂ ਬਾਕੀ ਪਾਰਟੀਆਂ ਨਾਲ ਮਿਲਦੇ ਹੋ, ਤੁਹਾਡੇ ਵਿਰੋਧੀ ਇਹ ਪਾਰਟੀਆਂ ਹੈਗੀ ਨਾ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ, ਬੀਐਸਪੀ, ਕਦੀ ਇਹ ਚਰਚਾ ਹੁੰਦੀ ਹੈ ਵੀ ਅੱਜ ਆਪਾਂ ਕੋਈ ਵੀ ਇੱਕ ਦੂਜੇ ਦਾ ਵਿਰੋਧ ਨਹੀਂ ਕਰਨਾ, ਪੰਜਾਬ ਦੀ ਗੱਲ ਕਰਨੀ ਹੈ, ਪੰਜਾਬ ਦੇ ਮਸਲੇ ਤੇ ਕੋਈ ਬੋਲਦੇ ਹੋ ਇਕੱਠਾ ਹੋ ਕੇ, ਸਾਰੀ ਸਿਆਸੀ ਪਾਰਟੀਆਂ ਦੇ ਇੱਕ ਟੇਬਲ 'ਚ ਬੈਠਦੇ ਹੋ? ਭਾਈ ਇਹ ਗੱਲਾਂ ਨਾ ਪ੍ਰੈਕਟੀਕਲੀ ਪੋਸੀਬਲ ਨਹੀਂ ਆ। ਕਿਵੇਂ ਨਹੀਂ? ਪੰਜਾਬ ਦੀ ਗੱਲ ਹੋਣੀ ਚਾਹੀਦੀ, ਤੁਸੀਂ ਵੀ ਕਹਿੰਦੇ ਪੰਜਾਬ ਵਧੀਆ ਬਣੇ, ਬਾਕੀ ਰਵਾਇਤੀ ਪਾਰਟੀਆਂ ਵੀ ਕਹਿੰਦੀ ਪੰਜਾਬ ਵਧੀਆ ਬਣੇ। ਲੋਕਾਂ ਨੂੰ ਇਹ ਲੱਗਦਾ ਵੀ ਇੱਕ ਦੂਜੇ ਨੂੰ ਭੰਡ ਕੇ ਹੀ ਪੰਜਾਬ ਵਧੀਆ ਬਣਦਾ। ਮੈਂ ਕਹਿੰਦਾ ਰੋਡ ਮੈਪ ਸਭ ਦਾ ਸਾਂਝਾ ਹੋਵੇ। 1951 'ਚ ਜਦੋਂ ਸਰਕਾਰ ਬਣੀ ਸੀ ਉਦੋਂ ਆਪੋਜੀਸ਼ਨ ਦੇ ਲੀਡਰਾਂ ਨੂੰ ਵੀ ਕੈਬਨਿਟ ਮਿਨਿਸਟਰ ਦਿੱਤਾ ਗਿਆ ਸੀ। ਅੱਜ ਇਹ ਪੋਸੀਬਲ ਹੈਗਾ? ਲੀਡਰ ਤਾਂ ਹਰ ਪਾਰਟੀ 'ਚ ਕੋਈ ਨਾ ਕੋਈ ਵਧੀਆ ਵਾ। ਅਗਰ ਪੰਜਾਬ ਦੀ ਕੈਬਨਿਟ ਬਣਦੀ ਆ ਕਾਂਗਰਸ ਪਾਰਟੀ ਦੀ ਸਰਕਾਰ, ਉਦੋਂ ਕਿਉਂ ਕਿਸੇ ਨੂੰ ਕੈਬਨਿਟ ਮੰਤਰੀ ਆਪੋਜੀਸ਼ਨ ਵਾਲੇ ਨੂੰ ਨਹੀਂ ਦਿੱਤਾ ਜਾਂਦਾ? ਦੇ ਦੇਣ। ਉਹ ਇਸ ਕਰਕੇ ਨਹੀਂ ਦਿੱਤਾ ਜਾਂਦਾ ਕਿਉਂਕਿ ਉਹ ਵੀ ਬੇਈਮਾਨ ਹੋ ਜਾਂਦਾ। ਜਦੋਂ ਆਪਾਂ ਇਮਾਨਦਾਰੀ ਨਾਲ ਅਗਰ ਪੰਜਾਬ ਦੀ ਸੇਵਾ ਕਰਨੀ ਆ ਤਾਂ ਫਿਰ ਤਾਂ ਜਿੰਨੇ ਚੁਣਵੇਂ ਲੀਡਰ ਆ, ਐਮਐਲਏ ਜਿਹੜੇ ਚੁਣੇ ਜਾਂਦੇ ਆ, ਉਹ ਹਲਕੇ ਦੇ ਵਿੱਚ ਅਗਰ ਚੰਗੇ ਲੀਡਰ, ਇਹ ਪ੍ਰੈਕਟੀਕਲੀ ਮਤਲਬ ਇਹ ਕਿੰਨੀ ਸੋਹਣੀ ਲੱਗਦੀ ਗੱਲ, ਕਿੰਨੀ ਖੂਬਸੂਰਤ ਗੱਲ ਲੱਗਦੀ ਆ ਵੀ ਹਾਂ ਯਾਰ ਇਹ ਚੀਜ਼, ਪਰ ਇਹ ਪੋਸੀਬਲ ਨਹੀਂ ਨਾ ਪ੍ਰੈਕਟੀਕਲੀ, ਕਿਉਂਕਿ ਹਿਊਮਨ ਟੈਂਡੈਂਸੀਜ਼, ਹਿਊਮਨ ਨੇਚਰ ਜਿਹੜੀ ਆ ਉਹ ਇਹ ਚੀਜ਼ਾਂ ਨੂੰ ਪੋਸੀਬਲ ਨਹੀਂ ਹੋਣ ਦਿੰਦੀ। ਇਨਸਾਨੀ ਫਿਦਰਤ ਜਿਹੜੀ ਆ ਨਾ, ਹੁਣ ਸਾਰੇ ਪੋਲੀਟੀਸ਼ੀਅਨਸ ਨੂੰ ਕ੍ਰਿਟਿਸਾਈਜ਼ ਕਰਦੇ ਆ, ਚੁਣਦਾ ਕੌਣ? ਵੋਟਾਂ ਕਿੰਨੇ ਪਾਈਆਂ? ਕਿਸੇ ਨੇ ਧੱਕੇ ਨਾ ਪਵਾਈਆਂ। ਪਹਿਲਾਂ ਆਪਾਂ ਉਹਨਾਂ ਨੂੰ ਵੋਟਾਂ ਪਾਉਂਦੇ ਆ, ਫਿਰ ਉਹਨਾਂ ਨੂੰ ਗਾਲਾਂ ਕੱਢਦੇ ਆ, ਫਿਰ ਉਹਨਾਂ ਨੂੰ ਬਦਲ ਦਿੰਦੇ ਆ, ਫਿਰ ਦੁਬਾਰਾ ਉਹਨਾਂ ਨੂੰ ਲੈ ਆਉਂਦੇ ਆ। ਜਦੋਂ ਵੋਟਾਂ ਪਾਉਂਦੇ ਆ ਉਦੋਂ ਸੋਚੀਏ ਸਮਝੀਏ ਨਾ। ਉਦੋਂ ਆਪਾਂ ਇਹ ਵੇਖਦੇ ਆ ਵੀ ਯਾਰ, ਉਦੋਂ ਕਿਉਂ ਵੇਖਦੇ ਆ ਆਪਾਂ? ਉਦੋਂ ਕਹਿੰਦੇ ਆ ਵੀ ਭਾਈ ਇਹ ਜਿੱਤਣ ਵਾਲਾ, ਜਿੱਤ ਕੇ ਦੀ ਸਰਕਾਰ ਆ ਜਾਣੀ ਆ, ਕੱਲ ਨੂੰ ਕਿਤੇ ਠੋਕ ਨਾ ਦੇਵੇ। ਕੀ ਠੋਕ? ਜਦੋਂ ਗਲਤ ਕੰਮ ਕਰਨਾ ਨਹੀਂ ਤੇ ਫਿਰ ਠੋਕਣਾ ਕਾਹਦੇ ਵਾਸਤੇ? ਜੇ ਗਲਤ ਕੰਮ ਕਰਨੇ ਆ ਤੇ ਫਿਰ ਠੋਕੂਗਾ, ਫਿਰ ਅਗਲੇ ਨੂੰ ਮੌਕਾ ਮਿਲੂਗਾ। ਸੋ ਇਹ ਰਾਜਨੀਤੀ ਦਾ, ਇਹ ਮੈਂ ਤਾਂ ਰਹਿ ਕੇ ਇਹ ਚੀਜ਼ਾਂ ਵੇਖੀਆਂ, ਗੱਲਾਂ ਬਹੁਤ ਅੱਜ ਨੌਜਵਾਨ ਜਿਹੜੇ ਆ ਨਾ, ਮੰਨ ਲਓ ਸਾਰੇ ਨੌਜਵਾਨ ਆ, ਗੱਲਾਂ ਸਾਨੂੰ ਮਤਲਬ ਚੰਗੀਆਂ ਲੱਗਦੀਆਂ, ਲੇਕਿਨ ਹੌਲੀ ਹੌਲੀ ਅਸੀਂ ਵੀ ਸਿਸਟਮ ਦਾ ਹਿੱਸਾ ਬਣ ਕੇ ਨਾ ਸਿਸਟਮ ਦਾ ਪਾਰਟ ਬਣ ਜਾਂਦੇ ਆ। ਮੇਰੀ ਇਹੀ ਕੋਸ਼ਿਸ਼ ਰਹੂਗੀ ਜ਼ਿੰਦਗੀ 'ਚ ਵੀ ਆਹ ਗੱਲਾਂ ਐਂ ਹੀ ਬਬਾਕੀ ਨਾ ਰਹਿਣ, ਐਂ ਹੀ ਸਿਸਟਮ ਦਾ ਹਿੱਸਾ, ਜਿਹੜਾ ਗੰਦ ਸਿਸਟਮ ਉਹਨੂੰ ਚੇਂਜ ਕਰੀਏ ਔਰ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਨਾਲ ਲੜੀਏ। ਸਿਸਟਮ ਤੋਂ ਬਾਹਰ ਰਹਿ ਕੇ ਗਾਲਾਂ ਕੱਢ ਕੇ ਕੋਈ ਬਦਲਾਵ ਨਹੀਂ ਹੁੰਦਾ। ਆ ਕੇ ਹੱਲ ਦਈਏ, ਸੋਲੂਸ਼ਨ ਦਈਏ ਔਰ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਪ੍ਰੈਕਟੀਕਲੀ ਬਦਲੀਏ। ਵੱਡੀਆਂ ਵੱਡੀਆਂ ਗੱਲਾਂ ਕਰਕੇ ਸਿਸਟਮ ਨਹੀਂ ਬਦਲੇ ਜਾਣੇ, ਕ੍ਰਾਂਤੀਆਂ ਨਹੀਂ ਆਣੀਆਂ। ਫਰੈਂਚ ਰੈਵੋਲੂਸ਼ਨ ਤੋਂ ਲੈ ਕੇ ਤੁਸੀਂ ਕੋਈ ਵੀ ਰਸ਼ੀਅਨ ਰੈਵੋਲੂਸ਼ਨ ਤੋਂ ਲੈ ਕੇ ਕੋਈ ਵੀ ਰੈਵੋਲੂਸ਼ਨ ਲੈ ਲਓ, ਉਹ ਰਾਤੋਂ ਰਾਤ ਨਹੀਂ ਆਈ ਸੀ। ਉਹ ਇੱਕ ਛੋਟੇ ਜਿਹੇ ਇੰਸੀਡੈਂਟ ਨੂੰ ਕਿਸੇ ਨੇ ਇਨਸਪਾਇਰ ਕਰ ਦਿੱਤਾ ਸੀ ਔਰ ਉਹਨੇ ਰੈਵੋਲੂਸ਼ਨਸ ਨੇ ਅੱਗੇ ਬਦਲਾਵ ਲਿਆਂਦਾ। ਅੱਜ ਵੀ ਬਦਲਾਵ ਦੀ ਲੋੜ ਆ, ਲੇਕਿਨ ਉਹ ਬਦਲਾਵ ਸਿਆਸੀ ਪਾਰਟੀਆਂ ਨਹੀਂ ਦੇਣਗੀਆਂ, ਉਹ ਲੋਕ ਦੇਣਗੇ ਬਦਲਾਵ। ਲੋਕ ਔਰ ਇਹ ਨਹੀਂ ਆ ਉਹ ਹੁਣ ਇੱਕ ਬੰਦਾ ਉੱਠ ਕੇ ਕਹਦੇ ਵੀ ਮੈਂ ਪੋਲੀਟੀਕਲ ਪਾਰਟੀ ਬਣਾਤੀ, ਉਹਦੇ ਤੇ ਕਿਵੇਂ ਭਰੋਸਾ ਕਰ ਲਈਏ? ਮੰਨ ਲਓ ਉਹ ਕਿਵੇਂ ਨਹੀਂ ਬਦਲਣਗੇ, ਉਹ ਕਿਵੇਂ ਨਹੀਂ ਸਿਸਟਮ ਦਾ ਹਿੱਸਾ ਬਣਨਗੇ। ਸੋ ਤੁਸੀਂ ਆਪਣੇ ਨੁਮਾਇੰਦਿਆਂ ਨੂੰ ਜਾਂਚੋ, ਪਰਖੋ, ਉਹਨਾਂ ਨੂੰ ਵੋਟਾਂ ਇਸ ਹਿਸਾਬ ਨਾਲ ਪਾਓ। ਇਹ ਨਾ ਸੋਚੋ ਵੀ ਇਹ ਜਿੱਤੂਗਾ ਹਾਰੂਗਾ, ਇਹ ਨਾ ਸੋਚੋ ਵੀ ਇਹਦੀ ਸਰਕਾਰ ਬਣੂਗੀ ਨਹੀਂ ਬਣੂਗੀ। ਤੁਹਾਡੀ ਜਿਹੜੀ ਹੱਕ ਸੱਚ ਦੀ ਲੜਾਈ ਵਿਧਾਨ ਸਭਾ 'ਚ ਬੁਲੰਦ ਕਰ ਸਕਦਾ ਵਾ, ਜਿਹੜਾ ਤੁਹਾਡੀ ਆਵਾਜ਼ ਚੁੱਕ ਸਕਦਾ ਵਾ, ਜਿਹੜਾ ਤੁਹਾਡੀ ਲੜਾਈ ਬੇਬਾਕੀ ਨਾਲ ਲੜ ਸਕਦਾ ਵਾ, ਜਿਹੜਾ ਤੁਹਾਡੇ ਲਈ ਮਰ ਖੱਪ ਸਕਦਾ ਵਾ, ਜਿਹੜਾ ਤੁਹਾਡੇ ਲਈ ਆਪਣੇ ਅਹੁਦੇ ਛੱਡ ਸਕਦਾ ਵਾ, ਜਿਹੜਾ ਤੁਹਾਡੇ ਲਈ ਆਪਣਾ ਕੀ ਕਹਿੰਦੇ ਆਪਣਾ ਸਭ ਕੁਝ ਦਾਅ 'ਤੇ ਲਾ ਸਕਦਾ, ਉਹੋ ਜਿਹੇ ਬੰਦਿਆਂ ਨੂੰ ਚੁਣ ਕੇ ਲਿਆਓ। ਨਾ ਕਿ ਕਠਪੁਤਲੀਆਂ ਚੁਣੋ, ਨਾ ਕਿ ਲਾਈ ਲੱਗ ਚੁਣੋ, ਨਾ ਕਿ ਪਿੱਠੂ ਚੁਣੋ, ਨਾ ਕਿ ਮਤਲਬ ਪਪੂਲੈਰਿਟੀ ਔਰ ਫੇਮ ਦੇ ਹਿਸਾਬ ਨਾਲ ਬੰਦੇ ਚੁਣੋ। ਉਹਨਾਂ ਨਾਲ ਬਹਿ ਕੇ ਉਹਨਾਂ ਦਾ ਵਿਜ਼ਨ ਸੁਣੋ, ਉਹਨਾਂ ਦੇ ਵਿਚਾਰ ਸੁਣੋ ਔਰ ਫਿਰ ਆਪਣਾ ਫੈਸਲਾ ਕਰੋ। ਬਹੁਤ ਮਿਹਰਬਾਨੀ ਵਿਜੇ ਢਿੱਲੋਂ ਜੀ, ਤੁਸੀਂ ਸਾਰੀ ਗੱਲ ਬਸ ਸੁਣੀ ਜਾਂਦੇ ਨੇ, ਫਿਰ ਨਿਸ਼ਾਨਾ ਲਾ ਗਏ ਨੇ ਕਿ ਇਸ ਦਾ ਨਾਮ ਲੈਣਾ ਚਾਹੀਦਾ। ਅਸੀਂ ਨਾਮ ਨਹੀਂ ਲਿਆ, ਪਰ ਦੱਸ ਗਏ ਨੇ ਕਿਸ ਬਾਰੇ ਗੱਲ ਕਰਦੇ ਨੇ। ਤਾਂ ਇੰਟਰਵਿਊ ਦਾ ਕੋਸ਼ਿਸ਼ ਕਰਾਂਗੇ ਦੁਬਾਰਾ, ਹੋਰ ਵੀ ਬਹੁਤ ਗੱਲਾਂ ਨੇ, ਦੁਬਾਰਾ ਫਿਰ ਮਿਲਾਂਗੇ ਇਹਨਾਂ ਦੇ ਨਾਲ। ਅੱਜ ਇੰਨਾ ਹੀ। ਹਰ ਇੱਕ ਪੋਲਿਟਿਕਸ ਦੀ ਲਾਈਫ ਆਪਣੀ ਹੁੰਦੀ ਹੈ, ਕੋਈ ਨਿੱਜੀ ਚੀਜ਼ਾਂ ਵੀ ਹੁੰਦੀਆਂ ਨੇ, ਜਿਵੇਂ ਉਹ ਡਿਸਕਸ ਕਰ ਰਹੇ ਸੀ ਕਿ ਉਹ ਆਪਦੀ ਕੁਝ ਨਿੱਜੀ ਚੀਜ਼ਾਂ ਨਹੀਂ ਦੱਸ ਸਕਦੇ, ਪਰ ਇੱਕ ਪੈਮਾਨਾ ਹੁੰਦਾ ਪੋਲੀਟੀਸ਼ੀਅਨ ਦਾ ਵੀ, ਇੱਕ ਪੈਮਾਨਾ ਹੁੰਦਾ। ਜਦੋਂ ਚੋਣਾਂ ਨੇੜੇ ਹੁੰਦੀਆਂ ਨੇ, ਲਗਾਤਾਰ ਗੱਲਬਾਤ ਹੁੰਦੀ ਵਿਰੋਧੀ ਧਿਰਾਂ ਨਾਲ ਵੀ, ਪਰ ਇੱਕ ਸਭ ਤੋਂ ਅਹਿਮ ਸਵਾਲ ਹੈ, ਜੇ ਸਾਰੀ ਸਿਆਸੀ ਪਾਰਟੀਆਂ ਇਹ ਸੋਚਦੀਆਂ ਨੇ ਪੰਜਾਬ ਬਾਰੇ, ਫਿਰ ਕਿਉਂ ਨਹੀਂ ਇਹ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ ਚਰਚਾ ਕਰਦੀਆਂ? ਠੀਕ ਹੈ, ਵਿਰੋਧੀ ਧਿਰ ਵਿੱਚ ਮਤਭੇਦ ਹੁੰਦੇ ਨੇ, ਹੋਣੇ ਵੀ ਚਾਹੀਦੇ ਨੇ। ਜੇ ਮਤਭੇਦ ਨਹੀਂ ਹੋਣਗੇ ਤਾਂ ਪਤਾ ਕਿਵੇਂ ਲੱਗੂਗਾ ਕਿ ਡੈਮੋਕ੍ਰੇਟ ਜਾਂ ਡੈਮੋਕ੍ਰੇਸੀ ਹਲੇ ਜਿਉਂਦਾ। ਤਾਂ ਬਿੰਦਰ ਢਿੱਲੋਂ ਨਾਲ ਦੁਬਾਰਾ ਫਿਰ ਮੁਲਾਕਾਤ ਕਰਾਂਗੇ, ਤੁਹਾਨੂੰ ਇਸੇ ਹੀ ਇੰਟਰਵਿਊ ਨਾਲ ਛੱਡ ਕੇ ਚੱਲੇ ਹਾਂ।